जतन अनेक विचार कै अनेकां जतनां ते विचार करके भीम चंद गिर राए 22 धार दे राजिਆਂ ਵਿੱਚੋਂ ਵੱਡਾ ਰਾਜਾ ਭੀਮ ਚੰਦ मान्यो मंत्र वजीर को ਉਹਨੇ ਆਪਣੇ ਵਜ਼ੀਰ ਦੀ ਸਲਾਹ ਉਹਦੀ ਗੱਲ ਮੰਨ ਲਈ और निरपन समुदाय ਔਰ ਬਾਕੀ ਰਾਜਿਆਂ ਨੂੰ ਵੀ ਮਨਾਉਣ ਲਈ ਕਹਿੰਦਾ ਹੈ। चौपई सुनो सैलनाथन बच मेरे ਪਹਾੜੀ ਰਾਜਿਆਂ ਨੂੰ ਕਹਿੰਦਾ, ਰਾਜਿਓ ਤੁਸੀਂ ਮੇਰੇ ਭਰਾ ਹੋ ਤੇ ਮੇਰੀ ਗੱਲ ਸੁਣੋ। ब्याह समय आयो अब नेरे ਤੁਸੀਂ ਠੀਕ ਕਹਿੰਦੇ ਹੋ ਵੀ ਸਾਨੂੰ ਗੁਰੂ ਨਾਲ ਦੋ ਦੋ ਹੱਥ ਕਰਨੇ ਚਾਹੀਦੇ ਆ, ਲੜਨਾ ਚਾਹੀਦਾ ਹੈ, ਪਰ ਗੱਲ ਇਹ ਹੈ ਮੇਰੇ ਪੁੱਤਰ ਦਾ ਵਿਆਹ ਨੇੜੇ ਆ ਗਿਆ ਹੈ। ਅਸੀਂ ਬਰਾਤ ਬਣਾ ਕੇ ਤੁਰੇ ਹਾਂ ਔਰ ਵਿਆਹ ਦਾ ਸਾਹਾ ਬਿਲਕੁਲ ਸਿਰ ਤੇ ਖੜਾ ਹੈ। दरबे दिखै दिवस बहु लागै ਭੀਮ ਚੰਦ ਕਹਿੰਦਾ, ਦੇਖੋ ਭਰਾਓ, ਲੜਾਈ ਜਿਹੜੀ ਹੈ ਨਾ ਛਿੜ ਜਾਵੇ ਨਾ, ਕੋਈ ਪਤਾ ਨਹੀਂ ਕਿੰਨੀ ਲੰਮੀ ਹੋ ਜਾਵੇ। ਜਿੰਨਾ ਚਿਰ ਜਿੱਤ ਹਾਰ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਲੜਾਈ ਮੁੱਕਦੀ ਨਹੀਂ ਹੁੰਦੀ ਤੇ ਦਿਨ ਜ਼ਿਆਦਾ ਲੱਗ ਜਾਂਦੇ ਆ। ਕਈ ਲੜਾਈਆਂ ਐਸੀਆਂ ਜਿਹੜੀਆਂ ਕਈ ਸਾਲ ਹੀ ਚੱਲਦੀਆਂ ਹਨ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਚਤੌੜ ਦੇ ਗੜ੍ਹ ਦੇ ਕਿਲੇ ਨੂੰ ਘੇਰਾ ਪਾ ਕੇ 12 ਸਾਲ ਬੈਠਾ ਰਿਹਾ। 12 ਸਾਲ ਉੱਥੇ ਲੜਾਈ ਲੱਗੀ ਚਤੌੜ ਦੇ ਕਿਲੇ ਵਿੱਚ। ਔਰੰਗਜ਼ੇਬ 9 ਸਾਲ ਗੋਲਕੁੰਡੇ ਦੇ ਕਿਲੇ ਨੂੰ ਘੇਰਾ ਪਾ ਕੇ ਬੈਠਾ ਰਿਹਾ। ਉੱਥੇ ਜੰਗ ਜਾਰੀ ਰਿਹਾ। ਲੜਾਈਆਂ ਦਾ ਕੀ ਪਤਾ ਕਿੰਨੀਆਂ ਲੰਮੀਆਂ ਹੋ ਜਾਣ। एक दल बल को गुर नह भागै ਤੇ ਇੱਕ ਗੱਲ ਮੈਂ ਜਾਣਦਾ ਹਾਂ, ਮੇਰਾ ਤਜਰਬਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਡੀ ਫੌਜ ਨੂੰ ਵੇਖ ਕੇ, ਸਾਡੀ ਤਾਕਤ ਨੂੰ ਵੇਖ ਕੇ ਭੱਜਣ ਵਾਲਾ ਨਹੀਂ ਹੈ। ਉਹ ਮੈਦਾਨ 'ਚ ਪਿੱਠ ਨਹੀਂ ਦਿਖਾਏਗਾ, ਸੂਰਮਾ ਹੈ। भीम जंग दोए दिश ते ਤੇ परै ਜੇ ਲੜਾਈ ਛਿੜ ਗਈ ਤਾਂ ਦੋਵਾਂ ਪਾਸਿਆਂ ਤੋਂ ਗਹਿ-ਗਚ ਲੜਾਈ ਹੋਵੇਗੀ, ਭਿਆਨਕ ਲੜਾਈ ਹੋਵੇਗੀ। ਇਹ ਲੜਾਈ ਕੋਈ ਮਾੜੀ ਮੋਟੀ ਝੜਪ ਨਹੀਂ ਹੋਣੀ, ਕਿਉਂਕਿ ਦੋਵਾਂ ਪਾਸਿਆਂ ਤੋਂ ਸੂਰਮੇ ਲੜ ਮਰ ਮਿਟਣ ਨੂੰ ਤਿਆਰ ਬੈਠੇ ਹਨ। दोनों चम्मू सुबट बल परै ਦੋਵਾਂ ਪਾਸਿਆਂ ਦੇ ਸੂਰਮੇ। ਅਸੀਂ ਵੀ ਰਾਜਪੂਤ ਪਹਾੜ ਦੀ ਰਾਜੇ ਹਾਂ। ਸਾਡਾ ਵੀ ਆਪਣੇ ਪਿਓ ਦਾਦੇ ਪੜਦਾਦਿਆਂ ਤੋਂ ਜੰਗ ਕਰਨ ਦਾ ਤਜਰਬਾ ਹੈ ਤੇ ਗੁਰੂ ਗੋਬਿੰਦ ਸਿੰਘ ਵੀ 6ਵੇਂ ਪਾਤਸ਼ਾਹ ਦਾ ਪੋਤਰਾ ਹੈ। ਉਹ ਬੜਾ ਵੱਡਾ ਸੂਰਮਾ ਹੈ। हट नह जाए राज निर्वाहै ਦੋਵੇਂ ਪਾਸੇ ਪਿੱਛੇ ਨਹੀਂ ਹਟਣਗੇ, ਨਾ ਅਸੀਂ ਪਿੱਛੇ ਹਟਾਂਗੇ ਤੇ ਨਾ ਗੁਰੂ ਪਿੱਛੇ ਹਟੇਗਾ। ਆਪਣੀ ਆਪਣੀ ਲਾਜ ਨਿਭਾ ਕੇ ਮਰ ਮਿਟ ਜਾਣਗੇ ਪਰ ਪਿੱਛੇ ਨਹੀਂ ਹਟਣਗੇ। को जाने तब क्या हुए जाहै ਜੇ ਲੜਾਈ ਲੰਮੀ ਛਿੜ ਗਈ, ਕੀ ਜਾਣੇ ਕੀ ਹੋਣਾ। ਹਫਤਾ ਲੜਾਈ ਲੱਗੇ, 2 ਹਫ਼ਤੇ ਲੱਗੇ, ਮਹੀਨਾ ਲੱਗ ਜੇ, ਸਾਲ ਲੱਗ ਜੇ, ਜਿੰਨਾ ਚਿਰ ਲੜਾਈ ਦਾ ਫੈਸਲਾ ਨਹੀਂ ਹੁੰਦਾ ਅਸੀਂ ਵੀ ਭੱਜ ਨਹੀਂ ਸਕਾਂਗੇ ਵਿੱਚੋਂ ਛੱਡ ਕੇ, ਤੇ ਗੁਰੂ ਨੇ ਪਿੱਛੇ ਹਟਣਾ ਹੀ ਕੋਈ ਨਹੀਂ। ब्याह काज पूर्ण अब करो ਇਸ ਕਰਕੇ ਮੇਰੇ ਭਰਾਓ ਮੇਰੀ ਗੱਲ ਮੰਨੋ, ਤੁਸੀਂ ਕਾਹਲੇ ਨਾ ਪਾਓ। ਇੱਕ ਵਾਰੀ ਮੇਰੇ ਪੁੱਤਰ ਦੀਆਂ ਲਾਵਾਂ ਹੋ ਲੈਣ ਦਿਓ, ਇੱਕ ਵਾਰੀ ਵਿਆਹ ਦਾ ਕਾਰਜ ਸੰਪੂਰਨ ਹੋ ਲੈਣ ਦਿਓ, कौन गुर संग लरो नह डरो ਫਿਰ ਆਪਾਂ ਨਹੀਂ ਟਲਾਂਗੇ। ਫਿਰ ਗੁਰੂ ਨਾਲ ਲੜਾਈ ਕਰਨੀ ਹੈ। ਤੁਹਾਨੂੰ ਤਾਂ ਬਾਅਦ ਵਿੱਚ ਸ਼ੌਂਕ ਹੈ, ਪਹਿਲਾਂ ਮੇਰੇ ਮਨ ਵਿੱਚ ਹੈ ਵੀ ਗੁਰੂ ਨੇ ਮੇਰੀ ਮੰਗ ਮਨਜ਼ੂਰ ਨਹੀਂ ਕੀਤੀ, ਅੱਜ ਮੇਰਾ ਗੁਰਸਤਾ ਰੋਕਿਆ ਹੈ, ਗੁਰੂ ਮੇਰਾ ਦੁਸ਼ਮਣ ਬਣ ਚੁੱਕਾ ਹੈ। ਇਸ ਕਰਕੇ ਗੁਰੂ ਨਾਲ ਦੋ ਹੱਥ ਤਾਂ ਕਰਨੇ ਨੇ, ਪਰ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਹੀ ਕਰਾਂਗੇ। आबरे से तज हो अपर मग गमन हो ਹੁਣ ਮੇਰੀ ਗੱਲ ਮੰਨੋ, ਗੁੱਸਾ ਛੱਡੋ ਤੇ ਆਪਾਂ ਕੋਈ ਹੋਰ ਰਸਤੇ ਥਾਣੀ ਚੱਲੀਏ ਤੇ ਕੁੜਮਾਂ ਦੇ ਘਰ ਟਾਈਮ ਨਾਲ ਪਹੁੰਚਣ ਦੀ ਕੋਸ਼ਿਸ਼ ਕਰੀਏ। बहुर आए गुर दल को दमन हो ਕਹਿੰਦੇ ਇੱਕ ਵਾਰੀ ਵਿਆਹ ਕਰ ਲਈਏ ਮੁੰਡੇ ਦਾ, ਕਾਕੇ ਜਮੇਰ ਚੰਦ ਦਾ, ਤੇ ਫਿਰ ਫੌਜਾਂ ਲਿਆ ਕੇ ਆਪਾਂ ਦੂਜਾ ਕੰਮ ਹੋਰ ਨਹੀਂ ਕੋਈ ਕਰਨਾ। ਗੁਰੂ ਨਾਲ ਹੀ ਦੋ ਹੱਥ ਕਰਨੇ ਨੇ। ਗੁਰੂ ਦਾ ਦਲ ਬਲ ਖਤਮ ਕਰ ਦੇਣਾ, ਦਮਨ ਕਰਨਾ ਗੁਰੂ ਨੂੰ। फतेह शाह को लेकर संग ਰਾਜਾ ਫਤਿਹ ਸ਼ਾਹ ਨੂੰ ਵੀ ਨਾਲ ਲਵਾਂਗੇ ਆਪਣੇ ਕੁੜਮ ਨੂੰ। ਉਹ ਇਸ ਵੇਲੇ ਤਾਂ ਗੁਰੂ ਦਾ ਉਪਾਸ਼ਕ ਬਣਿਆ ਬੈਠਾ, ਪਰ ਉਹਨੂੰ ਆਪਾਂ ਆਪਣੇ ਨਾਲ ਰਲਾ ਲੈਣਾ, ਕਿਉਂਕਿ ਸਾਡਾ ਭਾਈਚਾਰਾ ਹੈ, ਸਾਡਾ ਕੁੜਮ ਹੈ ਤੇ ਸਾਡੀ ਗੱਲ ਜ਼ਰੂਰ ਮੰਨੇਗਾ। देहो उठाए इत ते कर जंग ਕਹਿੰਦੇ ਇਧਰੋਂ ਆਪਾਂ ਫੌਜਾਂ ਲੈ ਕੇ ਗੁਰੂ ਨਾਲ ਆ ਕੇ ਲੜਾਂਗੇ ਤੇ ਗੁਰੂ ਨੂੰ ਪੌਂਡੇ ਤੋਂ ਉਠਾ ਦੇਾਂਗੇ। ਜਿਵੇਂ ਆਪਾਂ ਗੁਰੂ ਨੂੰ ਆਨੰਦਪੁਰ 'ਚ ਨਹੀਂ ਟਿਕਣ ਦਿੱਤਾ, ਆਪਾਂ ਗੁਰੂ ਨੂੰ ਪੌਂਡੇ 'ਚ ਵੀ ਨਹੀਂ ਟਿਕਣ ਦੇਣਾ। ਇੱਥੋਂ ਵੀ ਗੁਰੂ ਨੂੰ ਦੜਾ ਦੇਣਾ ਹੈ, सबिन विरोधी बनियो महान ਕਿਉਂਕਿ ਗੁਰੂ ਗੋਬਿੰਦ ਸਿੰਘ ਸਾਡਾ ਸਾਰਿਆਂ ਦਾ ਵਿਰੋਧੀ ਬਣਿਆ ਹੋਇਆ, ਕੱਲਾ ਮੇਰਾ ਹੀ ਨਹੀਂ। ਉਹ ਔਰੰਗਜ਼ੇਬ ਦਾ ਵੀ ਵਿਰੋਧੀ ਹੈ, ਉਹ ਸੂਬਿਆਂ ਦਾ ਵੀ ਵਿਰੋਧੀ ਹੈ, ਉਹ ਸਾਡੇ 22 ਧਾਰ ਦੇ ਰਾਜਿਆਂ ਦਾ ਵੀ ਵਿਰੋਧੀ ਹੈ।
ਉਹ ਕਿਸੇ ਦੀ ਆਣ ਨਹੀਂ ਮੰਨਦਾ, ਕਿਸੇ ਦੀ ਈਨ ਨਹੀਂ ਮੰਨਦਾ, ਉਹ ਸਾਰਿਆਂ ਤੋਂ ਭਾਰੂ ਹੋਇਆ ਬੈਠਾ ਹੈ। ਕੈਸੇ ਬਸਨ ਦੇਹ ਇਸ ਥਾਨ, ਅਸੀਂ ਉਸ ਗੁਰੂ ਨੂੰ ਇਸ ਥਾਂ ਤੇ ਕਿਵੇਂ ਵਸਣ ਦੇਾਂਗੇ, ਨਹੀਂ ਰਹਿਣ ਦੇਾਂਗੇ ਆਪਣੇ ਇਲਾਕੇ ਵਿੱਚ। ਵਿਗਨ ਵਿਸਾਲ ਵਿਆਹ ਮਹਿ ਡਾਲਾ, ਤੇ ਆਹ ਤਾਂ ਗੁਰੂ ਨੇ ਨਵੀਂ ਭਾਜੀ ਪਾਤੀ ਹੈ ਸਾਡੇ ਵੱਲ, ਵੀ ਜਿਹੜਾ ਸਾਡਾ ਰਸਤਾ ਰੋਕ ਲਿਆ। ਵਿਆਹ ਦੇ ਵਿੱਚ ਵਿਘਨ ਬੜਾ ਵੱਡਾ ਵਿਘਨ ਹੈ, ਵੀ ਕੋਈ ਪਿਓ ਆਪਣੇ ਪੁੱਤਰ ਦੇ ਵਿਆਹ ਵਿੱਚ ਜਾਵੇ ਤੇ ਮਿਲਣੀ ਦੇ ਸਮੇਂ ਪਹੁੰਚ ਨਾ ਸਕੇ, ਮੁੰਡੇ ਦੀਆਂ ਲਾਵਾਂ ਹੋਣ, ਫੇਰੇ ਹੋਣ ਤੇ ਉਹ ਪਿਓ ਉੱਥੇ ਹਾਜ਼ਰ ਨਾ ਹੋਵੇ। ਇਹ ਸਾਰਾ ਕੰਮ ਗੁਰੂ ਨੇ ਕੀਤਾ ਹੈ ਸਾਡੇ ਵਾਸਤੇ। ਇਸ ਪਲਟੂ ਮੈਂ ਲਿਓ ਵਿਸਾਲਾ, ਆਪਣੀ ਇਸ ਬੇਇੱਜ਼ਤੀ ਦਾ ਮੈਂ ਬਦਲਾ ਲਵਾਂਗਾ, ਜ਼ਰੂਰ ਲਵਾਂਗਾ। ਇਤ ਯਾਦਿਕ ਕਹਿ ਨ੍ਰਿਪ ਸਮਝ ਆਏ। ਇਸ ਤਰ੍ਹਾਂ ਰਾਜੇ ਭੀਮ ਚੰਦ ਨੇ ਮੌਕਾ ਟਪਾਉਣ ਲਈ ਆਪਣੇ ਸਾਥੀ ਰਾਜਿਆਂ ਨੂੰ ਸਮਝਾਇਆ। ਗੁਲੇਰ ਚੰਦ, ਗੋਪਾਲ ਚੰਦ ਗੁਲੇਰੀਆ, ਕੇਸਰੀ ਚੰਦ ਜਸਵਾਲੀਆ, ਕਿਰਪਾਲ ਚੰਦ ਕਟੋਚੀਆ, ਇਹ ਜ਼ਿਆਦਾ ਲੜਨ ਨੂੰ ਚਾਹੁੰਦੇ ਸਨ, ਲੜਾਈ ਛੇੜਨੀ ਚਾਹੁੰਦੇ ਸਨ, ਪਰ ਭੀਮ ਚੰਦ ਨੇ ਇਹਨਾਂ ਨੂੰ ਠੰਡਿਆ ਕਰ ਦਿੱਤਾ। ਲਰਬੇ ਤੇ ਇਸ ਸਮੇਂ ਹਟਾਏ, ਉਸ ਸਮੇਂ ਲਈ, ਥੋੜੇ ਸਮੇਂ ਲਈ ਰੋਕ ਲਿਆ ਵੀ ਤੁਸੀਂ ਆ ਮਹੀਨਾ 15 ਦਿਨ ਜਿਹੜਾ ਵਿਆਹ ਦਾ ਪ੍ਰੋਗਰਾਮ ਹੈ ਇਹ ਹੋ ਲੈਣ ਦਿਓ, ਤੇ ਬਸ ਵਿਆਹ ਤੋਂ ਬਾਅਦ ਆਪਾਂ ਜਦੋਂ ਹੀ ਵਿਹਲੇ ਹੋਏ ਆਪਾਂ ਗੁਰੂ ਨਾਲ ਦੋ ਹੱਥ ਕਰਾਂਗੇ। ਕਰਿਓ ਤਿਆਰ ਸੁਧ ਹੇਤ ਪਠਾਵਨ, ਹੁਣ ਰਾਜੇ ਭੀਮ ਚੰਦ ਨੇ ਜਦੋਂ ਰਾਜਿਆਂ ਨੂੰ, ਬਾਕੀਆਂ ਨੂੰ ਆਪਣੇ ਵਿਚਾਰ ਦੇ ਨਾਲ ਪ੍ਰਭਾਵਿਤ ਕਰ ਲਿਆ, ਉਹਨਾਂ ਨੂੰ ਆਸ਼ਵਾਸਨ ਵਿੱਚ ਲੈ ਲਿਆ ਵੀ ਤੁਸੀਂ ਮੇਰੀ ਗੱਲ ਮੰਨੋ, ਥੋੜੇ ਸਮੇਂ ਲਈ ਠੰਡੇ ਰਹੋ। ਫਿਰ ਉਹਨੇ ਆਪਣੇ ਪੁੱਤਰ ਅਜਮੇਰ ਚੰਦ ਨੂੰ, ਵਜ਼ੀਰ ਨੂੰ ਗੁਰੂ ਸਾਹਿਬ 10ਵੇਂ ਪਾਤਸ਼ਾਹ ਕੋਲੋਂ ਦੀ ਲੰਘਣ ਵਾਸਤੇ ਤਿਆਰ ਕੀਤਾ ਹੈ। ਨਿਕਟ ਅਮਾਤ ਕੀਨ ਸਮਝਾਵਨ, ਤੇ ਵਜ਼ੀਰ ਦੇਵੀਦਾਸ ਨੂੰ ਕੋਲ ਬਿਠਾ ਕੇ ਸਮਝਾਇਆ ਹੈ। ਗਮਨ ਹੋ ਇਸੀ ਸੰਗ ਮਗ ਸੁਦੇ, ਕਿ ਵਜ਼ੀਰ ਜੀ ਤੁਸੀਂ ਮੇਰੇ ਲੜਕੇ ਨੂੰ ਨਾਲ ਲੈ ਕੇ ਆ ਸਿੱਧਾ ਇਸੇ ਰਸਤੇ ਥਾਣੀ ਜਾਓ। ਗੁਰੂ ਕਦਾਜਿਤ ਜੇ ਮਗ ਰੁਦੇ, ਜੇ ਗੁਰੂ ਗੋਬਿੰਦ ਸਿੰਘ ਤੁਹਾਡਾ ਜਾਂ ਤੁਹਾਡੇ ਨਾਲ ਮੇਰੇ ਲੜਕੇ ਦਾ ਰਸਤਾ ਰੋਕੇ, ਯਾਨੀ ਤੁਹਾਨੂੰ ਵੀ ਨਾ ਜਾਣ ਦਵੇ, ਬਨ ਕੈ ਦੀਨ ਬਿਨੈ ਬਹੁ ਭਾਖੋ, ਤਾਂ ਬੜੀ ਨਿਮਰਤਾ ਨਾਲ ਦੀਨ ਨਿਮਾਣੇ ਬਣ ਕੇ ਬੇਨਤੀ ਕਰਿਆ ਜੀ। ਮਿੰਤਾ ਤਰਲੇ ਜਿੰਨੇ ਕਰਨੇ ਪੈਣ ਕਰ ਲਿਆ ਜੇ। ਜੋ ਕਿਉ ਕਰ ਉਲੰਘਨ ਅਬਲਾਖੋ, ਜਿਵੇਂ ਵੀ ਹੋਵੇ ਇੱਕ ਵਾਰੀ ਇੱਥੋਂ ਲੰਘਣ ਦੀ ਕੋਸ਼ਿਸ਼ ਕਰਨੀ ਹੈ ਪੌਂਟੇ ਤੋਂ। ਕਰ ਬੰਧਨ ਪਗ ਠਨ ਹੋ, ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਹੱਥ ਚਰਨਾਂ ਵਿੱਚ ਹੱਥ ਜੋੜ ਕੇ ਮੇਰੇ ਵੱਲੋਂ ਵੀ ਮੱਥਾ ਟੇਕਿਆ ਜੇ। ਹਮ ਦਿਸ਼ ਤੇ ਬਹੁ ਅਰਜ ਬਖਾਨ ਹੋ, ਮੇਰੇ ਵੱਲੋਂ ਗੁਰੂ ਨੂੰ ਅਰਜ ਕਰਿਆ ਜੇ ਵੀ ਗੁਰੂ ਜੀ, ਰਾਜਾ ਭੀਮ ਚੰਦ ਬੇਨਤੀ ਕਰਦਾ ਸੀ ਵੀ ਕਾਕੇ ਨੂੰ ਤਾਂ ਲੰਘ ਜਾਣ ਦਿਓ। ਨਹਿ ਮਗ ਦਿਓ ਨ ਆਇਓ ਰਾਜਾ, ਤੇ ਜੇ ਗੁਰੂ ਸਾਹਿਬ ਪੁੱਛਣ ਵੀ ਆਪ ਕਿਉਂ ਨਹੀਂ ਆਇਆ ਭੀਮ ਚੰਦ, ਤੇ ਆਖਿਆ ਜੇ ਤੁਸੀਂ ਰਸਤਾ ਨਹੀਂ ਨਾ ਦਿੱਤਾ, ਇਸ ਕਰਕੇ ਰਾਜਾ ਮਹਾਰਾਜ ਤੁਹਾਡੇ ਚਰਨਾਂ 'ਚ ਹਾਜ਼ਰ ਨਹੀਂ ਹੋ ਸਕਿਆ। ਸਕਲ ਸਹਾਰਿਓ ਬਨਿਓ ਕੋ ਕਾਜਾ, ਕੰਮ ਤਾਂ ਔਖਾ ਹੋ ਗਿਆ, ਬਰਾਤ ਰੋਕ ਲਈ ਹੈ ਤੁਸੀਂ, ਪਰ ਮਹਾਰਾਜ ਫੇਰ ਵੀ ਰਾਜਾ ਭੀਮ ਚੰਦ ਨੇ ਬਰਦਾਸ਼ਤ ਕਰ ਲਿਆ, ਸਹਾਰ ਲਿਆ। ਤੇ ਉਹ ਕਹਿੰਦਾ ਵੀ ਚਲੋ ਜੇ ਗੁਰੂ ਜੀ ਕਿਰਪਾ ਕਰ ਦੇਣ, ਮੈਨੂੰ ਨਹੀਂ ਲੰਘਣ ਦਿੰਦੇ ਨਾ ਲੰਘਣ ਦੇਣ, ਬੱਚੇ ਦੇ ਸਾਰਿਆਂ ਦੇ ਸਾਂਝੇ ਹੁੰਦੇ ਆ, ਆ ਬੱਚੇ ਨੂੰ ਰਸਤਾ ਦੇ ਦਿਓ। ਤੁਮ ਸੰਗ ਧਰਿਓ ਨਾ ਚਾਹਿਤ ਸੋਈ, ਹੇ ਗੁਰੂ ਜੀ, ਰਾਜਾ ਭੀਮ ਚੰਦ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦਾ। ਠਾਨੀ ਨਮੋ ਬੰਦ ਕਰ ਦੋਈ, ਰਾਜਾ ਭੀਮ ਚੰਦ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਹੈ ਤੁਹਾਡੇ ਚਰਨਾਂ ਤੇ। ਰਾਜਾ ਕਹਿੰਦਾ ਵੀ ਉਹ ਗੁਰੂ ਲੋਕ ਨੇ, ਗੁਰੂਆਂ ਦਾ ਮੁਕਾਬਲਾ ਨਹੀਂ ਕਰੀਦਾ ਹੁੰਦਾ, ਗੁਰੂਆਂ ਨਾਲ ਨਹੀਂ ਲੜੀਦਾ ਹੁੰਦਾ। ਇਸ ਕਰਕੇ ਰਾਜਾ ਭੀਮ ਚੰਦ ਲੜਾਈ ਵੱਲੋਂ ਤਾਂ ਟਾਲਾ ਕਰ ਗਿਆ ਤੇ ਆਪ ਨਹੀਂ ਆਇਆ, ਪਰ ਆਪਣੇ ਪੁੱਤਰ ਨੂੰ ਤੇ ਮੈਨੂੰ ਭੇਜਿਆ ਹੈ ਵੀ ਗੁਰੂ ਜੀ ਸਾਨੂੰ ਰਸਤਾ ਦੇ ਦਿਓ, ਅਸੀਂ ਸਮੇਂ ਸਿਰ ਜਾ ਕੇ ਆਪਣੇ ਪੁੱਤਰ ਦੀਆਂ ਲਾਵਾਂ ਫੇਰੇ ਕਰਵਾ ਲਈਏ। ਕਹਿ ਸਤ ਕੋ ਚੰਪਾਨ ਚੜਾਵਾ, ਇਸ ਤਰ੍ਹਾਂ ਵਜ਼ੀਰ ਨੂੰ ਸਾਰੀਆਂ ਗੱਲਾਂ ਸਮਝਾ ਕੇ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਨੂੰ ਸਾਧ ਸੰਗਤ ਦੀ ਪਾਲਕੀ ਦੇ ਵਿੱਚ ਸਵਾਰ ਕਰਾਇਆ ਹੈ। ਹਿਰਦਾ ਹੋਲ ਜੁਤ ਪੰਥ ਪਟਾਵਾ, ਮਨ ਦੇ ਵਿੱਚ ਹੌਲ ਉੱਠਦੇ ਨੇ
ਵੀ ਪਤਾ ਨਹੀਂ ਮੇਰੇ ਪੁੱਤਰ ਨਾਲ ਕੀ ਬਣਨਾ, ਕਿਤੇ ਗੁਰੂ ਸਾਹਿਬ ਪੌਂਟੇ ਵਿੱਚ ਕੈਦ ਹੀ ਨਾ ਕਰ ਲੈਣ ਮੇਰੇ ਪੁੱਤਰ ਨੂੰ। ਸੋ ਇਸ ਤਰ੍ਹਾਂ ਮਨ 'ਚ ਸੋਚਦਾ ਹੋਇਆ, ਡਰਦਾ ਹੋਇਆ ਰਾਜਾ ਭੀਮ ਚੰਦ ਆਪਣੇ ਪੁੱਤਰ ਨੂੰ ਤੋਰ ਰਿਹਾ ਹੈ। ਇਕ ਦੋਏ ਦਾਸਿਕ ਸੰਗ ਵਜ਼ੀਰ, ਇੱਕ ਦੋ ਸੇਵਾਦਾਰ ਤੇ ਨਾਲ ਵਜ਼ੀਰ ਨੂੰ ਤੋਰਿਆ ਹੈ। ਗਮਨੇ ਜਬ ਨ੍ਰਿਪ ਹੋਤ ਅਧੀਰ, ਬੜੀ ਨਿਮਰਤਾ ਨਾਲ, ਅਧੀਰਤਾ ਨਾਲ ਭੇਜਿਆ ਹੈ। ਸਨੇ ਸਨੇ ਸਨਮੁਖ ਜਬ ਗਏ, ਸਾਧ ਸੰਗਤ ਜੀ, ਹੌਲੇ ਹੌਲੇ ਵਜ਼ੀਰ ਰਾਜਾ ਕਾਕਾ ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਅਤੇ ਉਹਦੇ ਨਾਲ 5-7 ਜਿਹੜੇ ਬੰਦੇ ਭੇਜੇ ਸਨ, ਬਿਨਾਂ ਹਥਿਆਰਾਂ ਦੇ, ਬਿਨਾਂ ਸ਼ਸਤਰਾਂ ਦੇ, ਉਹ ਗਏ ਹਨ। ਗੁਰਦਲ ਕੇ ਸਮੀਪ ਜਬ ਪਏ, ਜਦੋਂ ਇਹ ਗੁਰੂ ਸਾਹਿਬ ਦੀ ਫੌਜ ਦੇ ਨੇੜੇ ਪਹੁੰਚੇ ਹਨ, ਦੇਖਤ ਜਾਣਿਓ ਰਿਪ ਦਲ ਆਇਓ, ਕਹਿੰਦੇ ਸਿੱਖਾਂ ਨੇ ਵੇਖਿਆ ਵੀ ਦੁਸ਼ਮਣ ਦੀ ਫੌਜ ਆ ਗਈ ਹੈ, ਘੋੜੇ ਤੁਰੇ ਆਉਂਦੇ ਨੇ। ਚੜੇ ਤੁਰੰਗਨ ਉਰ ਉਮਗਾਇਓ, ਕਹਿੰਦੇ ਘੋੜਿਆਂ ਦੇ ਉੱਤੇ ਚੜੇ ਆ ਰਹੇ ਨੇ ਬੰਦੇ। ਇਹ ਵੇਖ ਕੇ ਤੇ ਪਾਲਕੀ ਆ ਰਹੀ ਹੈ। ਇਹ ਸਿੱਖ ਜਿਹੜੇ ਘੋੜਸਵਾਰ ਸਨ, ਗੁਰੂ ਦੀ ਫੌਜ ਦੇ ਸਿਪਾਹੀ, ਉਹਨਾਂ ਨੇ ਕਾਕਾ ਅਜਮੇਰ ਚੰਦ ਨੂੰ ਤੇ ਵਜ਼ੀਰ ਨੂੰ ਘੇਰ ਲਿਆ ਹੈ। ਤਿਆਰ ਤੁਫੰਗਨ ਕਰ ਦਿਤਵਾਏ, ਆਪਣੀਆਂ ਬੰਦੂਕਾਂ ਤਿਆਰ ਕਰ ਲਈਆਂ ਤੇ ਘੋੜੇ ਉੱਧਰ ਹੀ ਦੌੜਾ ਦਿੱਤੇ। ਭੀਮ ਚੰਦ ਨੰਦਨ ਵਿਖ ਜਾਏ, ਜਦੋਂ ਜਾ ਕੇ ਵੇਖਿਆ ਤੇ ਰਾਜਾ ਭੀਮ ਚੰਦ ਦਾ ਪੁੱਤਰ, ਜਿਹੜਾ ਕਿ ਬਰਾਤ ਸਿਹਰੇ ਬੰਨ ਕੇ ਜਾ ਰਿਹਾ ਹੈ, ਬਿਨਾ ਬਾਹਣੀ ਕੇ ਚਲ ਆਇਓ, ਵੇਖਿਆ ਸਿੱਖਾਂ ਨੇ ਵੀ ਫੌਜ ਤੋਂ ਬਿਨਾਂ ਹੀ ਹੈ, ਕੋਈ ਲੜਾਈ ਵਾਲੀ ਫੌਜ ਨਹੀਂ। ਰਾਜੇ ਦਾ ਪੁੱਤਰ ਹੈ, ਰਾਜੇ ਦਾ ਵਜ਼ੀਰ ਹੈ ਤੇ ਕੁਝ ਚੋਣਵੇਂ ਬਰਾਤੀ ਨਾਲ ਹਨ। ਘੇਰ ਲਿਓ ਨਿਜ ਅਗਰ ਚਲਾਇਓ, ਸਿੱਖਾਂ ਨੇ ਅਜਮੇਰ ਚੰਦ ਨੂੰ ਆਲੇ ਦੁਆਲਿਓਂ ਘੇਰਾ ਪਾ ਲਿਆ। ਆਲੇ ਦੁਆਲੇ ਬੰਦੂਕਾਂ, ਬਰਛਿਆਂ, ਭਾਲਿਆਂ ਵਾਲੇ ਸਿੱਖ ਹੋ ਗਏ ਤੇ ਅਜਮੇਰ ਚੰਦ ਨੂੰ, ਵਜ਼ੀਰ ਦੇਵੀਦਾਸ ਨੂੰ ਅਤੇ ਉਹਦੇ ਨਾਲ ਹੋਰ ਜਿਹੜੇ ਬਰਾਤੀ ਸਨ, ਉਹਨਾਂ ਨੂੰ ਅੱਗੇ ਤੋਰ ਲਿਆ ਤੇ ਆਪਣੇ ਘੇਰੇ ਵਿੱਚ ਲੈ ਲਿਆ। ਸਹਿਤ ਵਜ਼ੀਰ ਕਹਾ ਪਹੁੰਚਾਏ, ਕਹਿੰਦੇ ਵਜ਼ੀਰ ਤੇ ਅਜਮੇਰ ਚੰਦ ਨੂੰ ਉੱਥੇ ਲੈ ਗਏ ਜਿਹ ਸਤਿਗੁਰ ਕੋ ਪਹੁੰਚ ਸਹਾਏ, ਜਿੱਥੇ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਿਲ੍ਹਾ ਹੈ। ਪੌਂਟਾ ਸਾਹਿਬ ਦਰਵਾਜ਼ਾ ਹੈ, ਮੇਨ ਦਰਵਾਜ਼ੇ ਤੇ ਜਾ ਕੇ ਖੜਿਆਂ ਕਰ ਦਿੱਤਾ। ਦਵਾਰਪਾਲ ਸੁਧ ਜਾਏ ਸੁਨਾਈ, ਤੇ ਦਵਾਰਪਾਲ ਨੂੰ ਜਾ ਕੇ ਖਬਰ ਦਿੱਤੀ ਨ੍ਰਿਪ ਸੁਤ ਕੋ ਸੈਨਾ ਕਹਿ ਲਿਆਈ, ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਬਰ ਕਰੀਏ ਕਿ ਰਾਜਾ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਨੂੰ ਗੁਰੂ ਦੀ ਫੌਜ ਗ੍ਰਿਫਤਾਰ ਕਰਕੇ ਲੈ ਆਈ ਹੈ। ਜਾਤ ਹਤੋਹਿਤ ਵਿਆਹ ਅਗਾਰੀ, ਵਿਆਹ ਵਾਸਤੇ ਅੱਗੇ ਜਾ ਰਿਹਾ ਹੈ। ਸਾਚਵ ਏਕ ਦੋਏ ਨਰ ਸੰਗ ਤਾਰੀ, ਇੱਕ ਮੰਤਰੀ ਹੈ ਤੇ 2-4 ਬੰਦੇ ਹਨ। ਡਰ ਤਰ ਕਰ ਸਗਰੇ ਮਹਿਪਾਲਾ, ਬਾਕੀ ਜਿਹੜੇ 22 ਧਾਰ ਦੇ ਰਾਜੇ ਡਰ ਕੇ ਉਹ ਪਿੱਛੇ ਹੀ ਰੁਕ ਗਏ ਹਨ। ਸੈਨ ਸਮੇਤ ਸਮਾਜ ਵਿਸਾਲਾ, ਆਪਣੀ ਫੌਜ, ਆਪਣਾ ਸਾਜੋ ਸਮਾਨ ਸਭ ਉਹਨਾਂ ਨੇ ਪਿੱਛੇ ਰੋਕ ਲਿਆ ਹੈ, ਸਿਰਫ ਇਸ ਕਰਕੇ ਵੀ ਵਿਆਹ ਦਾ ਟਾਈਮ ਲੰਘ ਨਾ ਜਾਵੇ। ਆਪਣੇ ਲੜਕੇ ਨੂੰ ਤੇ ਵਜ਼ੀਰ ਨੂੰ ਭੇਜਿਆ ਹੈ। ਅਪਰ ਪੰਥ ਕੋ ਸੇ ਗਲ ਚਲ ਗਏ, ਉਹ ਕਿਸੇ ਹੋਰ ਰਸਤੇ ਥਾਣੀ ਸ੍ਰੀਨਗਰ ਨੂੰ ਜਾਣਗੇ। ਉਹ ਇਸ ਰਸਤੇ, ਕਿਉਂਕਿ ਆਪ ਜੀ ਨੇ ਲੰਘਣ ਦਾ ਰਸਤਾ ਨਹੀਂ ਦਿੱਤਾ, ਤਾਂ ਉਹ ਦੂਸਰੇ ਰਸਤੇ ਤੋਂ ਸ੍ਰੀਨਗਰ ਨੂੰ ਚਲੇ ਗਏ ਹਨ। ਦੁਲਹ ਮੰਤਰੀ ਇਤ ਕੋ ਏ, ਤੇ ਲਾੜਾ ਤੇ ਨਾਲ ਮੰਤਰੀ ਦੇਵੀਦਾਸ ਇੱਧਰ ਆਏ ਹਨ। ਸੁਨ ਸਤਿਗੁਰ ਸੋ ਨਿਕਟ ਹਕਾਰਾ, ਇਹ ਸੁਣ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੇ ਪੁੱਤਰ ਨੂੰ ਤੇ ਮੰਤਰੀ ਨੂੰ ਆਪਣੇ ਕੋਲ ਸੱਦ ਲਿਆ। ਭਏ ਨਮਰ ਜਬ ਦਰਸ ਨਿਹਾਰਾ, ਵਜ਼ੀਰ ਦੇਵੀਦਾਸ ਤਾਂ ਕਈ ਵਾਰ ਗੁਰੂ ਸਾਹਿਬ ਨੂੰ ਅੱਗੇ ਮਿਲ ਚੁੱਕਾ ਸੀ ਤੇ ਨਾਲ ਸਿਹਰੇ ਬੰਨੇ ਹੋਏ ਅਜਮੇਰ ਚੰਦ ਵੀ ਪਹੁੰਚ ਗਿਆ। ਤੇ ਜਦੋਂ ਮਹਾਰਾਜ ਦੇ ਕੋਲ ਪਹੁੰਚੇ, ਸਤਿਗੁਰੂ ਜੀ ਨੂੰ ਬੜੀ ਨਿਮਰਤਾ ਨਾਲ ਮੱਥਾ ਟੇਕਿਆ। ਹਾਥ ਜੋੜ ਠਾਂਡੇ ਹੋਏ ਰਹੇ, ਅਜਮੇਰ ਚੰਦ ਤੇ ਦੇਵੀਦਾਸ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖਲੋ ਗਏ। ਸ਼੍ਰੀ ਮੁਖ ਤੇ ਵਿਗਸਤ ਬਚ ਕਹੇ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮੁਸਕਰਾ ਕੇ ਬੋਲੇ, ਹੱਸ ਕੇ ਕਹਿਣ ਲੱਗੇ, ਕਹੋ ਬਾਲਕ ਤੁਝ ਕਰ ਹੈ ਕੈਦ। ਮਹਾਰਾਜ ਕਹਿੰਦੇ, ਆ ਕਾਕਾ ਅਜਮੇਰ ਚੰਦ ਆ ਗਿਆ, ਲੈ ਵੀ ਹੁਣ ਅਸੀਂ ਤੈਨੂੰ ਕੈਦ ਕਰਨ ਲੱਗੇ ਆ। ਹੁਣ ਅਸੀਂ ਤੈਨੂੰ ਜੇਲ੍ਹ ਦੀਆਂ ਰੋਟੀਆਂ ਖਵਾਵਾਂਗੇ। ਕਿਮ ਛੂਟਣ ਕੀ ਤਰਹਿ ਉਮੈਦ, ਤੇ ਹੁਣ ਤੈਨੂੰ ਕੌਣ ਛਡਾਏਗਾ? ਤੇਰਾ ਪਿਓ ਆ ਕੇ ਛਡਾ ਲੇਗਾ ਜਾਂ ਤੇਰੇ 22 ਧਾਰ ਦੇ ਰਾਜੇ ਤੈਨੂੰ ਸਾਡੇ ਕੋਲੋਂ ਛੁਡਾ ਕੇ ਲੈ ਜਾਣਗੇ?
ਹਾਂਜੀ तोर पिता है छत्र हमारा। ਤੇਰੇ ਪਿਓ ਨੇ ਸਾਡੇ ਨਾਲ ਵਿਗਾੜ ਪਾਇਆ, ਉਹ ਸਾਡੇ ਨਾਲ ਦੁਸ਼ਮਣੀ ਕਰਦਾ ਹੈ ਬਿਨਾਂ ਪ੍ਰਯੋਜਨ ਦੇ। ਹਾਲਾਂਕਿ ਅਸੀਂ ਉਹਦਾ ਕੁਝ ਨਹੀਂ ਵਿਗਾੜਦੇ, ਪਰ ਉਹ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਹੀ ਸਾਡਾ ਸ਼ਤਰੂ ਬਣਿਆ ਹੋਇਆ ਹੈ। साध लहे निज बैर उदारा। ਤੇ ਤੈਨੂੰ ਕੈਦ ਕਰਕੇ ਤੇਰੇ ਕੋਲ ਆਪਣੇ ਜੇਲ੍ਹ ਦੇ ਵਿੱਚ ਰੱਖ ਕੇ ਤੇਰੇ ਪਿਓ ਕੋਲੋਂ ਸਾਰੀਆਂ ਹੀ ਗੱਲਾਂ ਮਨਾਵਾਂਗੇ। ਹੁਣ ਅਸੀਂ ਤੇਰਾ ਪਿਓ ਹੁਣ ਸਾਡੀ ਈਨ ਮੰਨੇਗਾ ਤੇ ਫਿਰ ਤੈਨੂੰ ਛੱਡਾਂਗੇ। लख हो तन इस थान अनावै। ਤੇ ਤੈਨੂੰ ਛੱਡਣ ਦੇ ਬਦਲੇ ਕਈ ਲੱਖ ਰੁਪਈਆ ਮੰਗਾਵਾਂਗੇ, ਤੇਰਾ ਪਿਓ ਆਪੇ ਦੇਣ ਆਏਗਾ। तुम सो करहे जथा मन ਤੇ भावै। ਤੇਰੇ ਨਾਲ ਵੀ ਮਾਨਾਈਆਂ ਕਰਾਂਗੇ, ਤੈਨੂੰ ਵੀ ਜਿਵੇਂ ਵੀ ਮਰਜ਼ੀ ਅਸੀਂ ਰੱਖੀ। ਹੁਣ ਤੂੰ ਸਾਡੇ ਕਾਬੂ ਆ ਗਿਆ, ਹੁਣ ਤੂੰ ਸਾਡੀ ਕੈਦ ਵਿੱਚ ਹੈ। जोगत हाथ वजीरे उचारे। ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਸੀ ਨਾਲ ਹੀ ਕਹੇ ਸਨ, ਪਰ ਡਰ ਗਿਆ ਵਜ਼ੀਰ ਹੱਥ ਜੋੜ ਕੇ ਕਹਿਣ ਲੱਗਾ, नृप सुत आयो शरण तुम्हारे। हे ਗਰੀਬ ਨਵਾਜ, ਰਾਜੇ ਦਾ ਪੁੱਤਰ ਤੁਹਾਡੀ ਸ਼ਰਨ ਆਇਆ ਹੈ। जेतक राज समाज कनेरा। हे ਮਹਾਰਾਜ, ਸਾਡੇ ਕੋਲ ਜਿੰਨਾ ਵੀ ਰਾਜ ਸਮਾਜ ਹੈ सगरो बख्शियो रावर केरा। ਇਹ ਸਭ ਤੁਹਾਡਾ ਹੀ ਬਖਸ਼ਿਆ ਹੋਇਆ ਹੈ। ਇਹ ਸਭ ਗੁਰੂ ਘਰ ਦੀਆਂ ਬਖਸ਼ਿਸ਼ਾਂ ਹਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ। मैं तुमरो जब कहियो बखानियो। ਮੈਂ ਗੁਰੂ ਜੀ ਤੁਹਾਡਾ ਕਿਹਾ ਜਦੋਂ ਰਾਜੇ ਭੀਮ ਚੰਦ ਨੂੰ ਜਾ ਕੇ ਦੱਸਿਆ। तत छिन भीम चंद नृप मान्यो। ਰਾਜਾ ਭੀਮ ਚੰਦ ਨੇ ਉਸੇ ਵੇਲੇ ਬਚਨ ਮੰਨ ਲਿਆ। ਰਾਜਾ ਭੀਮ ਚੰਦ ਤੁਹਾਡੇ ਬਚਨ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ, ਉਹਨੇ ਤੁਹਾਡੇ ਬਚਨ ਤੇ ਫੁੱਲ ਚੜਾਏ ਹਨ। गयो अपर मग को कर कूच। ਕਿਉਂਕਿ ਆਪ ਜੀ ਰਸਤਾ ਦੇਣਾ ਨਹੀਂ ਚਾਹੁੰਦੇ, ਫੌਜਾਂ ਸਮੇਤ ਲੰਘਣ ਨਹੀਂ ਦੇਣਾ ਚਾਹੁੰਦੇ ਪੌਂਟੇ ਤੋਂ। ਇਸ ਕਰਕੇ ਰਾਜਾ ਭੀਮ ਚੰਦ ਦੂਸਰੇ ਰਸਤੇ ਥਾਣੀ ਹੋਰ ਕਿਸੇ ਰਸਤੇ ਰਾਹੀਂ ਸ੍ਰੀਨਗਰ ਨੂੰ ਚਲਾ ਗਿਆ ਹੈ। ब्याह समय नह पुत्र मुख पहुँच। ਕਿਉਂਕਿ ਵਿਆਹ ਦੇ ਸਮੇਂ ਤੇ ਲੜਕੇ ਦਾ ਪਹੁੰਚਣਾ ਜ਼ਰੂਰੀ ਹੈ। ਲਾਵਾਂ ਦਾ ਟਾਈਮ ਹੈ, ਸਮਾਂ ਹੈ। ਉਹ ਸਮਾਂ ਸਾਹੇ ਦਾ ਕਿਤੇ ਨਿਕਲ ਨਾ ਜਾਵੇ, ਲੜਕਾ ਸਮੇਂ ਨਾਲ ਸ੍ਰੀਨਗਰ ਪਹੁੰਚ ਜਾਵੇ। ਇਹ ਅਸੀਂ ਇਸ ਰਸਤੇ ਥਾਣੀ ਲੈ ਕੇ ਜਾਣਾ ਚਾਹੁੰਦੇ ਹਾਂ। ਜੇ ਤੁਸੀਂ ਸਾਨੂੰ ਬਖਸ਼ਿਸ਼ ਕਰੋ, ਆਗਿਆ ਦਿਓ, ਆਸ਼ੀਰਵਾਦ ਦਿਓ ਤੇ ਅਸੀਂ ਜਾ ਕੇ ਲੜਕੇ ਦਾ ਵਿਆਹ ਕਰ ਲਈਏ। या ते इसमग करियो पठावन। ਇਸ ਕਰਕੇ ਇਸ ਰਸਤੇ ਤੇ ਸਾਨੂੰ ਭੇਜਿਆ ਹੈ ਮੈਂ ਔਰ ਇਹ ਕਾਕਾ ਅਜਮੇਰ ਚੰਦ, ਇਹ ਤੁਹਾਡੇ ਚਰਨਾਂ 'ਚ ਆਏ ਆ। ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ। ਤੁਸੀਂ ਚਾਹੋ ਸਾਨੂੰ ਮਾਰੋ, ਤੁਸੀਂ ਚਾਹੋ ਸਾਨੂੰ ਰੱਖੋ, ਤੁਸੀਂ ਚਾਹੋ ਸਾਨੂੰ ਵਿਆਹ ਤੇ ਜਾਣ ਦਿਓ, ਤੁਹਾਡੀ ਮਰਜ਼ੀ ਹੈ, ਨਾ ਜਾਣ ਦਿਓ। ਹੁਣ ਅਸੀਂ ਤੁਹਾਡੇ ਅਧੀਨ ਹਾਂ। तुम आगे कर शीस निभावन। ਤੁਹਾਡੇ ਅੱਗੇ ਰਾਜੇ ਭੀਮ ਚੰਦ ਨੇ ਸੀਸ ਝੁਕਾਇਆ ਤੇ ਅਸੀਂ ਵੀ ਸੀਸ ਝੁਕਾਉਂਦੇ ਆ। ਤੁਸੀਂ ਸਾਡੇ ਤੇ ਮਿਹਰ ਕਰੋ, ਦਇਆ ਕਰੋ, ਰਹਿਮ ਕਰੋ। ਸਾਨੂੰ ਵਿਆਹ ਦੇ ਟਾਈਮ ਦੇ ਲਈ ਸੱਚੇ ਪਾਤਸ਼ਾਹ ਜਾਣ ਦਿਓ, ਪਹੁੰਚ ਜਾਈਏ ਸਮੇਂ ਨਾਲ। बिरद कृपाल आप को सुनियो। ਕਿਉਂਕਿ ਆਪ ਜੀ ਦਾ ਬਿਰਦ ਸੁਣਿਆ ਹੋਇਆ ਹੈ ਕਿ ਆਪ ਕਿਰਪਾਲੂ ਹੋ, ਸਦਾ ਹੀ ਦਿਆਲੂ, ਸਾਧ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਮਹਾਰਾਜ ਆਪ ਜੀ ਦਾ ਬਿਰਦ ਹੈ, ਆਪ ਕਿਰਪਾਲੂ ਹੋ। गिरपत कछु न मन मह गुनियो। ਆਪ ਜੀ ਜੋ ਵੀ ਕਰਦੇ ਹੋ, ਆਪ ਜੀ ਦੀ ਕਿਸੇ ਗੱਲ ਦਾ ਵੀ ਅਸੀਂ ਗੁੱਸਾ ਨਹੀਂ ਕਰਦੇ। ਰਾਜੇ ਭੀਮ ਚੰਦ ਨੇ ਕੋਈ ਮਨ ਦੇ ਵਿੱਚ ਮਲਾਲ ਨਹੀਂ ਕੀਤਾ ਵੀ ਆਪ ਜੀ ਨੇ ਰਸਤਾ ਨਹੀਂ ਦਿੱਤਾ, ਕਿਉਂਕਿ ਆਪ ਜੀ ਮਾਲਕ ਹੋ। ਜੇ ਤੁਸੀਂ ਰਸਤਾ ਦੇ ਦਿੰਦੇ ਅਸੀਂ ਲੰਘ ਜਾਣਾ ਸੀ, ਜੇ ਨਹੀਂ ਦਿੱਤਾ ਤਾਂ ਵੀ ਭਲਾ। ਹੁਣ ਇੰਨੀ ਦਾ ਕਿਰਪਾ ਕਰ ਦਿਓ, ਕਾਕੇ ਅਜਮੇਰ ਚੰਦ ਨੂੰ ਤਾਂ ਸਮੇਂ ਸਿਰ ਵਿਆਹ ਤੇ ਪਹੁੰਚ ਜਾਣ ਦਿਓ। नहीं संदेह आप ते ठाना। ਮਹਾਰਾਜ ਕਿਸੇ ਤਰ੍ਹਾਂ ਦਾ ਵੀ ਕੋਈ ਮਨ ਵਿੱਚ ਸੰਸਾ ਨਹੀਂ ਹੈ, प्रयासुत को इत कीन प्याना। ਕਿਉਂਕਿ ਤੁਸੀਂ ਦਿਆਲੂ ਕਿਰਪਾਲੂ ਹੋ। ਤੁਹਾਡੇ ਤੇ ਕੋਈ ਸਾਨੂੰ ਸ਼ੱਕ ਨਹੀਂ ਵੀ ਤੁਸੀਂ ਸਾਡਾ ਨੁਕਸਾਨ ਕਰੋਗੇ। ਰਾਜੇ ਭੀਮ ਚੰਦ ਨੇ ਵੀ ਆਪ ਉੱਤੇ ਭਰੋਸਾ ਕਰਕੇ ਵੀ ਉਹ ਗੁਰੂ ਲੋਕ ਹਨ, ਕਿਸੇ ਦਾ ਬੁਰਾ ਕਰ ਨਹੀਂ ਸਕਦੇ, ਇਸੇ ਕਰਕੇ ਆਪਣਾ ਪਿਆਰਾ ਪੁੱਤਰ ਜਿਹੜਾ ਆਪਣੀ ਜਾਨ ਤੋਂ ਵੀ ਪਿਆਰਾ ਹੁੰਦਾ, ਉਹ ਪੁੱਤਰ ਮਹਾਰਾਜ ਤੁਹਾਡੇ ਕੋਲ ਭੇਜ ਦਿੱਤਾ ਹੈ। ਕਹਿਓ ਜਥਾ ਨੰਦਨ ਇਹ ਮੇਰੋ। ਇਹ ਬੇਨਤੀ ਕੀਤੀ ਹੈ ਰਾਜੇ ਭੀਮ ਚੰਦ ਨੇ ਕਿ ਮਹਾਰਾਜ ਅਜਮੇਰ ਚੰਦ ਮੇਰਾ ਪੁੱਤਰ ਨਹੀਂ,
ਇਹ ਤੁਹਾਡਾ ਹੀ ਪੁੱਤਰ ਹੈ। ਜਿਹੋ ਜਿਹਾ ਮੇਰਾ ਪੁੱਤਰ ਹੈ ਉਹੋ ਜਿਹਾ ਤੁਹਾਡਾ ਪੁੱਤਰ ਹੈ। ਤਿਸ ਵਿਧੀ ਕਲਗੀਧਰ ਕੇਰੋ। ਜਿਵੇਂ ਮੇਰਾ ਪੁੱਤਰ ਹੈ ਉਵੇਂ ਹੀ ਇਹ ਕਲਗੀਧਰ ਦਾ ਪੁੱਤਰ ਹੈ। ਕਲਗੀਧਰ ਵੀ ਇਹਦੇ ਮਾਤਾ ਪਿਤਾ ਹਨ, ਕਿਉਂਕਿ ਉਹ ਸਾਡੇ ਸਾਰਿਆਂ ਦੇ ਗੁਰੂ ਹਨ। ਇਸ ਕਰਕੇ ਅਸੀਂ ਗੁਰੂ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਗੁਰੂ ਲੋਕ ਜਿਵੇਂ ਵੀ ਚਾਹਣ ਸਾਨੂੰ ਪ੍ਰਵਾਨ ਹੈ। ਜੇ ਤਿਸ ਪੰਥ ਨਾ ਪਠਵਤ ਪੂਤੰ। ਮਹਾਰਾਜ ਜੇ ਰਾਜਾ ਇਸ ਰਸਤੇ ਦੇ ਨਾ ਆਪਣੇ ਪੁੱਤਰ ਨੂੰ ਭੇਜਦਾ, ਇਸ ਰਸਤੇ ਥਾਣੀ ਨਾ ਜਾਈਏ ਅਸੀਂ, ਹੋਤ ਵਿਆਹ ਕੋ ਮਹਾ ਕਸੂਤੰ। ਤਾਂ ਵਿਆਹ ਵਿੱਚ ਬੜਾ ਕਸੂਤ ਹੋ ਜਾਣਾ, ਬੜਾ ਵਿਘਨ ਪੈ ਜਾਣਾ। ਕਿਉਂਕਿ ਤੁਹਾਨੂੰ ਪਤਾ ਹੈ ਵਿਆਹ ਦਾ ਇੱਕ ਟਾਈਮ ਹੁੰਦਾ ਹੈ, ਸਾਹਾ ਸੋਧਿਆ ਹੁੰਦਾ ਹੈ, ਸਾਰੇ ਇਕੱਠੇ ਹੋਏ ਹੁੰਦੇ ਨੇ, ਤੇ ਉਸ ਵਿਆਹ ਦੇ ਉੱਤੇ ਸਮੇਂ ਸਿਰ ਲੜਕਾ ਨਾ ਪਹੁੰਚੇ, ਲਾਵਾਂ ਫੇਰੇ ਨਹੀਂ ਹੋਣਗੇ, ਵਿਆਹ 'ਚ ਵਿਘਨ ਪੈ ਜਾਏਗਾ। ਜਾਏ ਸਮੈ ਤਿਸ ਲੈ ਅਬ ਫੇਰੇ। ਆ ਕਹਿੰਦੇ ਹੁਣ ਸਮੇਂ ਨਾਲ ਜਾਣਾ ਚਾਹੁੰਦੇ ਆ, ਤੁਸੀਂ ਸਾਨੂੰ ਆਗਿਆ ਦਿਓ ਤੇ ਜਾ ਕੇ ਅਸੀਂ ਕਾਕੇ ਅਜਮੇਰ ਚੰਦ ਦੇ ਫੇਰੇ ਕਰਾ ਲਈਏ। ਬਿਨਾ ਬਰਾਤ ਪਾ ਬਿਗਨ ਵਡੇਰੇ। ਬਿਨਾ ਬਰਾਤ ਦੇ ਬੜਾ ਵੱਡਾ ਵਿਘਨ ਪਏਗਾ। ਜੇ ਬਰਾਤ ਤਾਂ ਨਹੀਂ ਚੱਲੀ, ਕਿਉਂਕਿ ਬਰਾਤ ਤਾਂ ਦੂਸਰੇ ਰਸਤੇ ਥਾਣੀ ਲੰਘਣੀ ਹੈ, ਅਸੀਂ ਇਕੱਲੇ ਜਾਣਾ ਹੈ। ਇਹਦੇ ਵਿੱਚ ਵੀ ਸਾਨੂੰ ਲੱਗਦਾ ਵੀ ਬੜੀ ਨਮੋਸ਼ੀ ਵਾਲੀ ਗੱਲ ਹੈ ਵੀ ਵਿਆਹ ਦੇ ਵਿੱਚ ਪਿਓ ਹਾਜ਼ਰ ਨਾ ਹੋਵੇ, ਮਾਮਾ ਹਾਜ਼ਰ ਨਾ ਹੋਵੇ। ਕੇਸਰੀ ਚੰਦ ਮਾਮਾ ਸੀ, ਭੀਮ ਚੰਦ ਪਿਓ ਸੀ। ਤੇ ਇਹ ਜਿਹੜੇ ਸਾਡੇ ਪਰਿਵਾਰ ਵਾਸਤੇ ਹੈ ਤਾਂ ਨਮੋਸ਼ੀ ਦੀ ਗੱਲ, ਪਰ ਗੁਰੂ ਜੀ ਹੁਣ ਕੁਝ ਕਰ ਨਹੀਂ ਸਕਦੇ। ਇੰਨੀ ਮਿਹਰਬਾਨੀ ਕਰ ਦਿਓ ਵੀ ਸਾਨੂੰ ਕਾਕੇ ਨੂੰ ਅਜਮੇਰ ਚੰਦ ਨੂੰ ਜਾਣ ਦਿਓ। ਸੁਨ ਬਿਨਤੀ ਕੋ ਪ੍ਰਭੇ ਗਹੀਰੰ। ਮਹਾਰਾਜ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਦੇ ਵਜ਼ੀਰ ਦੀ ਬੇਨਤੀ ਸੁਣ ਕੇ ਫੇਰਿਓ ਜੋਰਤ ਹਾਥ ਵਜ਼ੀਰੰ। ਵਜ਼ੀਰ ਦੇ ਜੁੜੇ ਹੋਏ ਹੱਥਾਂ ਵੱਲ ਵੇਖਿਆ, ਨਿਰਪ ਸੁਤ ਜਥਾ ਨਮਰ ਹੋਏ ਰਹਿਓ। ਤੇ ਰਾਜੇ ਦਾ ਪੁੱਤਰ ਅਜਮੇਰ ਚੰਦ ਵੀ ਹੱਥ ਜੋੜ ਕੇ ਸਿਰ ਝੁਕਾ ਕੇ ਖਲੋਤਾ ਸੀ। ਕਿਰਪਾ ਨਿਧਾਨ ਕਿਰਪਾ ਕਰ ਕਹਿਓ। ਤੇ ਮਹਾਰਾਜ ਕਿਰਪਾ ਨਿਧਾਨ ਕਿਰਪਾ ਦੇ ਘਰ 'ਚ ਆ ਕੇ ਬੋਲੇ। ਭੀਮ ਚੰਦ ਦਰੋਹੀ ਜਿਮ ਝੂਠਾ। ਮਹਾਰਾਜ ਕਹਿਣ ਲੱਗੇ, ਦੇਖ ਵਜ਼ੀਰ ਦੇਵੀਦਾਸ, ਜਿਵੇਂ ਤੁਹਾਡਾ ਰਾਜਾ ਝੂਠਾ ਹੈ, ਧੋਖੇਬਾਜ਼ ਹੈ, ਬੇਈਮਾਨ ਹੈ, ਕਪਟੀ ਹੈ। ਤਿਨ ਜੇ ਕਰਤੇ ਫਿਰਤ ਅਪੂਠਾ। ਜੇ ਉਦਾਂ ਅਸੀਂ ਕਰੀਏ ਤੇ ਅਸੀਂ ਵੀ ਉਹੋ ਜਿਹੇ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੇਰਾ ਰਾਜਾ ਕਹਿੰਦੇ ਮਨ ਦਾ ਕਪਟੀ ਹੈ, ਬੇਈਮਾਨ ਹੈ, ਧੋਖਾ ਹੈ, ਧੋਖੇਬਾਜ਼ ਹੈ, ਜੇ ਅਸੀਂ ਵੀ ਉਹਦੇ ਤਰ੍ਹਾਂ ਕਰੀਏ ਤਾਂ ਫਿਰ ਗਹਿ ਅਬ ਲੇਤ ਕਰਤ ਜਿਮ ਕਾਖਾ। ਤਾਂ ਫਿਰ ਸਾਨੂੰ ਤਾਂ ਚਾਹੀਦਾ ਵੀ ਅਸੀਂ ਤੁਹਾਨੂੰ ਦੋਵਾਂ ਨੂੰ ਹੀ ਕੈਦ ਕਰ ਲਈਏ। ਆ ਜਿਹੜੇ 5-10 ਬਰਾਤੀ ਨਾਲ ਨੇ ਇਹਨਾਂ ਨੂੰ ਵੀ ਇੱਥੇ ਹੀ ਰੱਖ ਲਈਏ, ਕਿਸੇ ਨੂੰ ਵੀ ਨਾ ਅਸੀਂ ਜਾਣ ਦਈਏ। ਕਹਾ ਹੋਤ ਮਗ ਦੁਤਿਐ ਨਾਖਾ। ਦੂਜੇ ਰਸਤੇ ਥਾਣੀ ਲੰਘ ਕੇ ਕੀ ਹੋ ਚੱਲਿਆ? ਜੇ ਲੜਕਾ ਹੀ ਨਾ ਪਹੁੰਚਿਆ ਤੇ ਬਰਾਤ ਨੂੰ ਕੀ ਕਰੇਗਾ? ਜੇ ਲੇਟ ਵੀ ਪਹੁੰਚ ਗਿਆ ਭੀਮ ਚੰਦ ਉੱਥੇ, ਤੁਸੀਂ ਇੱਥੇ ਕੈਦ ਵਿੱਚ ਬੈਠੇ ਰਹੇ ਤੇ ਫਿਰ ਕੀ ਕਰੇਗਾ? ਵਿਆਹ ਕਰ ਲੇਗਾ। ਬਿਨਾਂ ਲਾੜੇ ਦੇ ਬਰਾਤ ਕਾਹਦੀ ਹੋਵੇਗੀ? ਲਾੜਾ ਤੇ ਹੁਣ ਸਾਡੇ ਕਬਜ਼ੇ ਵਿੱਚ ਹੈ, ਬਰਾਤ ਕਿਹੜੀ ਲੈ ਕੇ ਚੱਲਿਆ ਭੀਮ ਚੰਦ? ਬਿਨ ਦੂਲੋ ਤੇ ਨਿਫਲ ਸਮਾਜਾ। ਕਿਉਂਕਿ ਬਿਨਾਂ ਲਾੜੇ ਦੇ ਬਰਾਤ ਨਹੀਂ ਸੋਭਦੀ। ਬਰਾਤ ਭਾਵੇਂ 500 ਬੰਦਾ ਹੋਵੇ, 1000 ਬੰਦਾ ਹੋਵੇ, ਜੇ ਸਿਹਰਿਆਂ ਵਾਲਾ ਹੀ ਨਾ ਹੋਵੇ ਕੁਛ, ਤੇ ਬਰਾਤ ਕਾਹਦੀ? ਤੋ ਕਹਿੰਦੇ ਵੀ ਇਹ ਜਿਹੜਾ ਲਾੜਾ ਹੈ ਤੇ ਹੁਣ ਸਾਡੀ ਕੈਦ ਵਿੱਚ ਹੈ, ਤੇ ਤੁਸੀਂ ਦੱਸੋ ਬਈ ਬਰਾਤ ਕਿੱਥੇ ਲੈ ਕੇ ਜਾਓਗੇ? ਕਹਤੇ ਕਹਾ ਮੇਲ ਗਨ ਰਾਜਾ। ਕਹਿੰਦੇ ਇਹਨੇ ਮੇਲ ਕੀਤਾ ਇਕੱਠਾ ਰਾਜਿਆਂ ਦਾ, 22 ਧਾਰ ਦੇ ਰਾਜੇ ਇਕੱਠੇ ਕੀਤੇ ਹੈ, ਫਤਿਹ ਸ਼ਾਹ ਨੇ ਵੀ ਇਕੱਠੇ ਕੀਤੇ ਹੈ, ਭੀਮ ਚੰਦ ਨੇ ਵੀ ਕੀਤੇ ਹੈ, ਦੋਵੇਂ ਪਾਸੇ ਜਾਂਜੀ ਮਾਂਜੀ ਰਾਜੇ ਹੀ ਇਕੱਠੇ ਹੋਏ ਨੇ। ਕੀ ਕਰਨਗੇ ਜਾਂਜੀ ਮਾਂਜੀ ਜੇ ਉੱਥੇ ਵਿਆਹ ਵਾਲਾ ਲੜਕਾ ਹੀ ਨਾ ਪਹੁੰਚਿਆ? ਜਾਹੋ ਅਬ ਹੈ ਹਮ ਛੋੜਨ ਕਰਿਓ। ਮਹਾਰਾਜ ਕਹਿੰਦੇ ਵਜ਼ੀਰ ਦੇਵੀਦਾਸ, ਪਰ ਇਹ ਗੁਰੂ ਨਾਨਕ ਦਾ ਘਰ ਹੈ, ਇਹ ਕਿਸੇ ਨਾਲ ਕਪਟ ਨਹੀਂ ਕਰ ਸਕਦਾ। ਅਸੀਂ ਕਪਟੀ ਨਾਲ ਵੀ ਕਪਟ ਨਹੀਂ ਕਰ ਸਕਦੇ, ਕਿਉਂਕਿ ਸਾਡਾ ਸੁਭਾਅ ਹੀ ਹੈ, ਸਾਧੂ ਦੀ ਬਿਰਤੀ ਹੈ। ਸਾਧੂ ਆਪਣਾ ਸੁਭਾਅ ਨਹੀਂ ਛੱਡਦਾ, ਬਿੱਛੂ ਆਪਣੇ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦੇ, ਤੇ ਸਾਧੂ ਬਚਾਅ ਕਰਨ ਦਾ ਸੁਭਾਅ ਨਹੀਂ ਛੱਡਦੇ। ਮਹਾਰਾਜ ਕਹਿਣ ਲੱਗੇ, ਜਾਓ ਲੈ ਜਾਓ, ਅਸੀਂ ਛੱਡ ਦਿੰਨੇ ਆ ਤੁਹਾਨੂੰ। ਨਿਰਭ ਕਰ ਤਬ ਕੋ ਔਰ ਨਹਿ ਕਰਿਓ। ਅਸੀਂ ਰਾਜੇ ਦੀਆਂ ਕਰਤੂਤਾਂ ਪਿੱਛੇ ਨਹੀਂ ਜਾਣਾ, ਰਾਜੇ ਦੇ ਕਰਮਾਂ ਵੱਲ ਨਹੀਂ ਜਾਣਾ। ਮਹਾਰਾਜ ਕਹਿੰਦੇ ਜਿਹੋ ਜਿਹਾ ਰਾਜਾ ਹੈ ਨਾ, ਉਹੋ ਜਿਹੇ ਅਸੀਂ ਨਹੀਂ ਬਣਨਾ। ਸੁਨਤ ਵਜ਼ੀਰ ਆਦ ਹਰਖਾਏ। ਇਹ ਸੁਣ ਕੇ ਵਜ਼ੀਰ ਅਤੇ ਉਹਦੇ ਨਾਲ ਜਿਹੜੇ 5-10 ਬੰਦੇ ਸੀ ਨਾ,
ਉਹਨਾਂ ਦੀ ਜਾਨ 'ਚ ਜਾਨ ਆ ਗਈ। ਅਜਮੇਰ ਚੰਦ ਦਾ ਵੀ ਸਾਹ 'ਚ ਸਾਹ ਆ ਗਿਆ ਵੀ ਚਲੋ ਸ਼ੁਕਰ ਹੈ ਇਹਨਾਂ ਕਹਿ ਦਿੱਤਾ ਵੀ ਜਾਓ। ਹਾਂਜੀ, ਬਾਰ ਬਾਰ ਬੰਦਹੇ ਕਰ ਪਾਏ। ਰਾਜੇ ਦਾ ਵਜ਼ੀਰ, ਰਾਜੇ ਦਾ ਪੁੱਤਰ ਬਾਰ-ਬਾਰ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥੇ ਟੇਕੀ ਜਾਂਦੇ, ਬਖਸ਼ ਲਓ ਮਹਾਰਾਜ, ਕਿਰਪਾ ਕੀਤੀ, ਧੰਨਵਾਦ ਮਹਾਰਾਜ, ਸ਼ੁਕਰੀਆ ਤੁਹਾਡਾ ਮਹਾਰਾਜ। ਇਹੋ ਹੀ ਕਹਿੰਦੇ ਐ, ਧੰਨ ਧੰਨ ਗੁਰ ਕੋ ਕਹਿ ਚਾਲੇ। ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਏਦਾਂ ਕਹਿੰਦੇ ਹੋਏ ਵਜ਼ੀਰ ਦੇਵੀਦਾਸ ਤੇ ਅਜਮੇਰ ਚੰਦ ਬਰਾਤੀਆਂ ਨੂੰ ਲੈ ਕੇ ਤੁਰ ਪਏ। ਮਨੋ ਮ੍ਰਿਤਕ ਕਰ ਕਿਰਪਾ ਜਵਾਲੇ। ਉਹਨਾਂ ਦੇ ਵਿੱਚ ਇੰਨਾ ਇਵੇਂ ਹੋਇਆ ਉਹਨਾਂ ਨੂੰ ਵੀ ਜਿਵੇਂ ਮੁਰਦਿਆਂ 'ਚ ਜਾਨ ਪੈ ਗਈ ਹੋਵੇ, ਮਰੇ ਹੀ ਪਏ ਸੀ। ਜਦੋਂ ਮਹਾਰਾਜ ਨੇ ਆਖਿਆ ਨਾ ਅਜਮੇਰ ਚੰਦ ਵੀ ਹੁਣ ਅਸੀਂ ਤੈਨੂੰ ਆਪਣੀ ਕੈਦ 'ਚ ਰੱਖਾਂਗੇ, ਆਪਣੀ ਮਨ ਆਈਆਂ ਕਰਾਵਾਂਗੇ, ਤੇਰੇ ਪਿਓ ਕੋਲੋਂ ਲੱਖਾਂ ਰੁਪਈਆ ਲੈ ਕੇ ਫਿਰ ਤੈਨੂੰ ਛੱਡਾਂਗੇ, ਉਹ ਵੀ ਸਾਡੀ ਮਰਜ਼ੀ ਛੱਡੀਏ ਕਿ ਨਾ ਛੱਡੀਏ। ਉਦੋਂ ਦੇ ਅਜਮੇਰ ਚੰਦ ਦੇ ਸਾਹ ਸੁੱਕ ਗਏ ਸਨ, ਉਦੋਂ ਦਾ ਅਜਮੇਰ ਚੰਦ ਘਬਰਾ ਗਿਆ ਸੀ। ਪਰ ਜਦੋਂ ਮਹਾਰਾਜ ਨੇ ਆਖਿਆ ਜਾਓ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕਿਸੇ ਨਾਲ ਵੀ ਧੋਖਾ ਨਹੀਂ ਕੀਤਾ ਜਾਂਦਾ, ਕਿਸੇ ਨਾਲ ਅਸੀਂ ਕਪਟ ਨਹੀਂ ਕਰ ਸਕਦੇ, ਤਾਂ ਅਜਮੇਰ ਚੰਦ ਅਤੇ ਵਜ਼ੀਰ ਦੇਵੀਦਾਸ ਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਚੱਲ ਪਏ ਤੇ ਉਹਨਾਂ ਦੇ ਸਾਹ ਵਿੱਚ ਸਾਹ ਆ ਗਿਆ, ਜਿਵੇਂ ਮਰੇ ਹੋਏ ਸੀ ਜਿੰਦੇ ਹੋ ਗਏ। ਸ਼੍ਰੀ ਜਮਨਾ ਜਲ ਉਤਰੇ ਪਾਰ। ਜਮਨਾ ਦੇ ਜਲ ਤੋਂ ਪਾਰ ਉਤਰੇ ਹਨ। ਗਮਨੇ ਪੰਥ ਸ਼ੀਘਰਤਾ ਕਾਰ। ਔਰ ਬੜੀ ਛੇਤੀ ਨਾਲ ਸਾਧ ਸੰਗਤ ਜੀ ਇਹ ਸ੍ਰੀ ਨਗਰ ਗੜਵਾਲ ਦੇ ਰਾਹ ਚੱਲ ਪਏ। ਗਏ ਉਲੰਘ ਕਹਿ ਗਰਬਨ ਦੇਸ਼। ਔਰ ਸਾਧ ਸੰਗਤ ਜੀ ਪਹਾੜੀ ਇਲਾਕੇ ਸ੍ਰੀ ਨਗਰ ਵੱਲ ਜਾਂਦਿਆਂ ਬੜੇ ਬੜੇ ਉੱਚੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਡੂੰਘੀਆਂ ਖੱਡਾਂ ਆਉਂਦੀਆਂ ਨੇ, ਬੜੇ ਬੜੇ ਜੰਗਲ ਆਉਂਦੇ ਨੇ ਰਸਤੇ ਵਿੱਚ, ਕਈ ਥਾਵਾਂ ਤੇ ਸ਼ੇਰ ਬਘਿਆੜ ਚੀਤੇ ਹਨ। ਉਹ ਰਸਤਾ ਬਹੁਤ ਭਿਆਨਕ ਰਸਤਾ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਾਈਏ ਨਾ, ਹੁਣ ਵੀ ਸੜਕਾਂ ਸਾਧ ਸੰਗਤ ਜੀ ਬੜੀਆਂ ਭਾਵੇਂ ਵਧੀਆ ਬਣ ਗਈਆਂ, ਫੇਰ ਵੀ ਉਹ ਜਿਹੜਾ ਰਸਤਾ ਹੈ ਨਾ ਉਹ ਔਖਾ ਹੈ। ਉਸ ਜ਼ਮਾਨੇ ਸੜਕਾਂ ਥੋੜਾ ਸੀ ਪੱਗ ਡੰਡੀਆਂ ਸਨ, ਉਹਨਾਂ ਪੱਗ ਡੰਡੀਆਂ ਤੇ ਤੁਰੇ ਜਾਂਦੇ ਹਨ। ਪਹੁੰਚੇ ਪੁਰ ਸ਼੍ਰੀ ਨਗਰ ਵਿਸ਼ੇਸ਼। ਔਰ ਇਹ ਸ੍ਰੀ ਨਗਰ ਜੋ ਗੜਵਾਲ ਟੀਰੀ ਰਿਆਸਤ ਦੀ ਰਾਜਧਾਨੀ ਹੈ, ਉੱਥੇ ਵਿਆਹ ਤੋਂ ਪਹਿਲਾਂ ਪਹੁੰਚ ਗਏ ਹਨ। ਫਤਿਹ ਸ਼ਾਹ ਠਾਣਤ ਸਭ ਤਿਆਰੀ। ਅੱਗੇ ਰਾਜਾ ਫਤਿਹ ਸ਼ਾਹ ਬਰਾਤ ਦੀ ਸਵਾਗਤ ਦੀਆਂ ਤਿਆਰੀਆਂ ਕਰ ਰਿਹਾ ਸੀ। ਹਿਰਦੈ ਪ੍ਰਤੀਖ ਬਰਾਤ ਹੋਏ ਭਾਰੀ। ਤੇ ਉਡੀਕ ਰਿਹਾ ਸੀ ਵੀ ਬੜੀ ਵੱਡੀ ਬਰਾਤ ਆਏਗੀ, ਹਜ਼ਾਰਾਂ ਬਰਾਤੀ ਆਉਣਗੇ, ਹਾਥੀ ਘੋੜੇ ਆਉਣਗੇ, ਬੜਾ ਲਾਮ ਲਸ਼ਕਰ ਲੈ ਕੇ ਰਾਜਾ ਭੀਮ ਚੰਦ ਆ ਰਿਹਾ ਹੈ। ਉਹਨੇ ਓਡੀ ਵੱਡੀ ਪੱਧਰ ਦੀ ਤਿਆਰੀ ਕੀਤੀ ਹੋਈ ਸੀ ਸਵਾਗਤ ਵਾਸਤੇ। ਦੁਦੰਬ ਆਦ ਵਜੇ ਬਹੁ ਬਾਜੇ। ਬੜੇ ਨਗਾਰੇ ਤੇ ਸ਼ਹਿਨਾਈਆਂ ਤੇ ਹੋਰ ਰਣ ਸਿੰਘੇ ਵੱਜਣਗੇ। ਐਹ ਗਨ ਸੈਲਣ ਕੇ ਰਾਜੇ। ਔਰ 22 ਧਾਰ ਦੇ ਰਾਜੇ ਆਉਣਗੇ। ਮੇਰੇ ਘਰ ਭੀਮ ਚੰਦ ਆਏਗਾ, ਕਿਰਪਾਲ ਚੰਦ ਆਏਗਾ, ਕੇਸਰੀ ਚੰਦ ਆਏਗਾ, ਗੋਪਾਲ ਚੰਦ ਆਏਗਾ, ਫਲਾਣੇ ਰਾਜੇ ਆਉਣਗੇ। ਇਉਂ ਉਡੀਕਾ ਕਰ ਰਿਹਾ ਸੀ ਫਤਿਹ ਸ਼ਾਹ ਬੜੀਆਂ ਰੀਝਾਂ ਦੇ ਨਾਲ। ਉਤਸਵ ਕੋ ਜਿਤ ਬਦ ਬਹੁ ਭਾਂਤੀ। ਔਰ ਬੜੇ ਵੱਡੇ ਉਤਸਵ ਹੋਣਗੇ, ਬੜੇ ਵੱਡੇ ਸਮਾਗਮ ਹੋਣਗੇ, ਕਿਤੇ ਨਾਚ ਗਾਣਾ ਹੋਵੇਗਾ, ਕਿਤੇ ਵਾਜੇ ਸਭ ਵੱਜਣਗੇ, ਕਿਤੇ ਖਾਣਾ ਦਾਣਾ ਹੋਵੇਗਾ। ਉਹ ਜਿੰਨਾ ਵੀ ਰਾਜਿਆਂ ਮਹਾਰਾਜਿਆਂ ਦੇ ਵਿਆਹ ਵਿੱਚ ਹੋਣਾ ਚਾਹੀਦਾ, ਉਹਨਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਸਨ। ਅਦਿਕ ਮੇਲ ਯੁਧ ਸੀਤਲ ਛਾਤੀ। ਬੜਾ ਮੇਲ ਇਕੱਠਾ ਕੀਤਾ ਸੀ ਰਾਜੇ ਫਤਿਹ ਸ਼ਾਹ ਨੇ। ਜਿਵੇਂ ਬਰਾਤ ਬੜੀ ਵੱਡੀ ਰਾਜਿਆਂ ਮਹਾਰਾਜਿਆਂ ਦੀ ਆ ਰਹੀ ਸੀ, ਉਧਰ ਫਤਿਹ ਸ਼ਾਹ ਦੇ ਮੇਲੀ ਵੀ ਬੜੇ ਵੱਡੇ ਰਾਜੇ ਮਹਾਰਾਜੇ ਨਵਾਬ ਲੋਕ ਆਏ ਹੋਏ ਸਨ। ਇਤਨੇ ਵਿਖੇ ਵਜ਼ੀਰ ਪਹੁੰਚਾ। ਇੰਨੇ ਨੂੰ ਵਜ਼ੀਰ ਦੇਵੀਦਾਸ ਕੱਲਾ ਹੀ ਪਹੁੰਚ ਗਿਆ। ਦੇਖਿਓ ਸਭਾ ਥਰਿਓ ਸਭ ਉੱਚਾ। ਕਹਿੰਦੇ ਸਾਰਿਆਂ ਤੋਂ ਉੱਚੀ ਸਭਾ ਵਿੱਚ ਬੈਠਾ ਰਾਜਾ ਫਤਿਹ ਸ਼ਾਹ ਨਜ਼ਰ ਆਇਆ। ਸਮਧੀ ਕੋ ਪ੍ਰਦਾਨ ਨਿਹਾਰਿਓ। ਜਦੋਂ ਫਤਿਹ ਸ਼ਾਹ ਨੇ ਵੇਖਿਆ ਕਿ ਮੇਰੇ ਕੁੜਮ ਦਾ ਵਜ਼ੀਰ ਆਇਆ ਹੈ, ਨਮੋ ਕਰਤ ਬਹੁ ਕਹੋ ਬਹੁ ਸਤਕਾਰਿਓ। ਬੜਾ ਉਹਨਾਂ ਸਤਿਕਾਰ ਕੀਤਾ ਜੀ ਆਇਆਂ ਨੂੰ, ਕਿਉਂਕਿ ਉਸ ਜ਼ਮਾਨੇ ਵਿੱਚ ਲੜਕੇ ਵਾਲਿਆਂ ਦਾ ਜ਼ਿਆਦਾ ਸਤਿਕਾਰ ਕਰਿਆ ਕਰਦੇ ਸੀ। ਹੁਣ ਤੱਕ ਪੰਜਾਬ ਦਾ ਕਲਚਰ ਇਹ ਰਿਹਾ ਹੈ ਵੀ ਲੜਕੇ ਵਾਲਿਆਂ ਦੇ ਅੱਗੇ ਲੜਕੀ ਵਾਲੇ ਸਿਰ ਝੁਕਾਉਂਦੇ ਸਨ। ਬੜਾ ਸਤਿਕਾਰ ਮਾਣ ਇੱਜ਼ਤ ਕੀਤੀ ਹੈ। ਕਹੋ ਸੁਧ ਕਿਤ ਬਰਾਤ ਸਮਦਾਈ। ਹਾਂ ਸੁਣਾਓ ਵਜ਼ੀਰ ਜੀ,
ਬਰਾਤ ਕਿੱਥੇ ਕੁ ਪਹੁੰਚ ਗਈ ਹੈ, ਕਦੋਂ ਕੁ ਆ ਰਹੀ ਹੈ ਬਰਾਤ। ਮਾਨਵ ਪਠਿਓ ਨਾ ਕੋ ਅਗਵਾਈ, ਆਪ ਜੀ ਆਪ ਆਏ ਹੋ ਇਕੱਲੇ, ਪਹਿਲਾਂ ਕੋਈ ਬੰਦਾ ਭੇਜ ਦੇਣਾ ਸੀ, ਸਾਨੂੰ ਪਤਾ ਲੱਗ ਜਾਂਦਾ ਵੀ ਬਰਾਤ ਕਿੱਥੇ ਆਈ ਹੈ। ਸੁਨ ਵਜ਼ੀਰ ਸਭ ਗਾਥਾ ਕਹੀ, ਇਹ ਸੁਣ ਕੇ ਵਜ਼ੀਰ ਦੇਵੀ ਦਾਸ ਨੇ ਰਾਜੇ ਫਤਿਹ ਸ਼ਾਹ ਨੂੰ ਸਾਰੀ ਕਹਾਣੀ ਸੁਣਾਈ। ਕਹਿਣ ਲੱਗਾ, ਰਾਜਾ ਜੀ ਕੀ ਦਸੀਏ, ਰਸਤੇ ਵਿੱਚ ਬੜਾ ਵੱਡਾ ਵਿਘਨ ਪਿਆ ਹੈ। ਨਿਕਟ ਬਰਾਤ ਪਹੁੰਚਤ ਨਹੀਂ, ਵਿਆਹ ਦੇ ਦਿਨ ਤੇ ਬਰਾਤ ਨਹੀਂ ਪਹੁੰਚ ਸਕਦੀ, ਬਰਾਤ ਦੇਰੀ ਨਾਲ ਆਵੇਗੀ, ਪਰਿਓ ਪੰਥ ਮਹਿ ਬਿਗਨ ਵਿਸਾਲਾ, ਕਿਉਂਕਿ ਰਸਤੇ 'ਚ ਬੜਾ ਵੱਡਾ ਵਿਘਨ ਪਿਆ ਹੈ। ਕਲਗੀ ਤਰ ਰੋਕੇ ਨਿਰਪ ਜਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਨੇ 22 ਧਾਰ ਦੇ ਰਾਜਿਆਂ ਦੀ ਬਰਾਤ ਪੌਂਟੇ ਰੋਕ ਲਈ ਹੈ। ਭੀਮ ਚੰਦ ਦੀ ਬਰਾਤ ਨੂੰ ਅੱਗੇ ਨਹੀਂ ਆਉਣ ਦਿੱਤਾ, ਇਕ ਨਰ ਪੀਨ ਹੈ ਉਲਗਣ ਦੀਨੋ, ਇੱਕ ਬੰਦਾ ਵੀ ਨਹੀਂ ਲੰਘਣ ਦਿੱਤਾ। ਗੁਰੂ ਨੇ ਇਸ ਕਰਕੇ ਨਹੀਂ ਲੰਘਣ ਦਿੱਤਾ ਕਿ ਤੁਸੀਂ ਫੌਜਾਂ ਲੈ ਕੇ ਨਹੀਂ ਜਾ ਸਕਦੇ, ਤੁਸੀਂ ਬਰਾਤੀ ਲੈ ਕੇ ਜਾਓ, ਕਿਉਂਕਿ ਇਹਨਾਂ ਦੇ ਮਨ 'ਚ ਬੇਈਮਾਨੀ ਸੀ। ਸਾਰੇ ਰਾਜੇ ਆਪੋ ਆਪਣੀਆਂ ਸਾਰੀਆਂ ਫੌਜਾਂ ਲੈ ਕੇ ਗਏ ਸਨ, ਇਸ ਕਰਕੇ ਵੀ ਪਹਿਲਾਂ ਵਿਆਹ ਕਰਾਂਗੇ, ਆਉਂਦਿਆਂ ਗੁਰੂ ਦਾ ਡੇਰਾ ਲੁੱਟਾਂਗੇ। ਇਸ ਕਰਕੇ 10ਵੇਂ ਪਾਤਸ਼ਾਹ ਜਾਣੀ ਜਾਣ ਸਨ, ਉਹਨਾਂ ਨੇ ਆਖਿਆ ਜਿਹੜੇ ਤੁਸੀਂ ਆਉਂਦਿਆਂ ਸਾਡੇ ਨਾਲ ਕਰਨੀ ਹੈ, ਅਸੀਂ ਤੁਹਾਨੂੰ ਰਸਤਾ ਕਿਵੇਂ ਦਈਏ। ਤੇ ਉਹ ਕਹਿੰਦੇ ਇਸ ਕਰਕੇ ਸਾਡਾ ਇੱਕ ਵੀ ਬੰਦਾ ਗੁਰੂ ਨੇ ਲੰਘਣ ਨਹੀਂ ਦਿੱਤਾ। ਵਾਸ਼ ਕ੍ਰਿਸ਼ਨ ਸਿਮਰਨ ਕੀਨੋ, ਜਿਹੜੀ ਇਹ ਪਹਾੜੀ ਰਾਜਿਆਂ ਦੇ ਨਾਲ ਗੁਰੂ ਦੀ ਖਟਪਟ ਚੱਲ ਰਹੀ ਹੈ, ਭੀਮ ਚੰਦ ਦੇ ਨਾਲ, ਗੁਰੂ ਨੇ ਉਹ ਚੇਤੇ ਕਰਕੇ ਵੀ ਸਾਨੂੰ ਆਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਤੰਗ ਕਰਦੇ ਸੀ, ਇੱਥੇ ਪੌਂਟੇ 'ਚ ਵੀ ਸਾਨੂੰ ਅੱਖਾਂ ਵਿਖਾਉਂਦੇ ਨੇ, ਇਸ ਕਰਕੇ ਗੁਰੂ ਨੇ ਰਸਤਾ ਨਹੀਂ ਦਿੱਤਾ। ਦੀਨ ਹੋਏ ਹਮ ਬੈਨ ਬਖਾਨਿਓ, ਕਹਿੰਦੇ ਹੇ ਰਾਜਾ ਫਤਿਹ ਸ਼ਾਹ ਜੀ, ਫਿਰ ਮੈਂ ਅਤੇ ਕਾਕਾ ਅਜਮੇਰ ਚੰਦ 5-4 ਬੰਦੇ ਨਾਲ ਲੈ ਕੇ ਗੁਰੂ ਦੀਆਂ ਮਿੰਨਤਾਂ ਤਰਲੇ ਕੀਤੇ ਹਨ। ਨੀਠ ਨੀਠ ਕਰ ਦੁਲਹੋ ਆਨਿਓ, ਬੜੀ ਮੁਸ਼ਕਲ ਨਾਲ ਵਿਆਹ ਤੇ ਟਾਈਮ ਤੇ ਪਹੁੰਚ ਜਾਈਏ। ਮੈਂ ਆਇਆ ਹਾਂ ਤੇ ਨਾਲ ਸਾਡਾ ਕਾਕਾ ਲਾੜਾ ਜਿਹੜਾ ਹੈ ਅਜਮੇਰ ਚੰਦ ਆਇਆ ਹੈ। ਸਾਹਾ ਸਮੈ ਨ ਕਰ ਕਰ ਜਾਈ, ਇਹ ਸੋਚ ਕੇ ਅਸੀਂ ਗੁਰੂ ਤੋਂ ਰਸਤਾ ਮੰਗਿਆ ਤੇ ਇਕੱਲੇ ਅਸੀਂ ਆਏ ਵੀ ਸਾਹੇ ਦਾ ਜਿਹੜਾ ਵਿਆਹ ਦਾ ਟਾਈਮ ਹੈ ਉਹ ਨਾ ਟਲ ਜਾਵੇ। ਜਾਂ ਤੇ ਪਹੁੰਚਿਓ ਥਾਨਿਓ ਪਾਈ, ਬੜੀ ਮੁਸ਼ਕਲ ਨਾਲ ਇਕੱਲੇ ਅਸੀਂ ਪਹਾੜੀ ਰਸਤਿਆਂ ਵਿੱਚੋਂ ਲੰਘਦੇ ਪਹੁੰਚੇ ਹਾਂ। ਬਹਿਰ ਜਮਾਤਾ ਬੈਠਿਓ ਆਏ, ਤੁਹਾਡਾ ਜਵਾਈ ਬਾਹਰ ਇਕੱਲਾ ਹੀ ਬੈਠਾ ਹੈ, ਬਿਨਾਂ ਬਰਾਤ ਦੇ ਅਜਮੇਰ ਚੰਦ ਬੈਠਾ ਹੈ। ਸਾਦਰ ਆਨ ਹੋ ਸ਼ਗਨ ਮਨਾਏ, ਤੇ ਤੁਸੀਂ ਹੁਣ ਆਪਣੇ ਬੰਦੇ ਭੇਜੋ ਸਤਿਕਾਰ ਦੇ ਨਾਲ, ਸਗਨਾਂ ਦੇ ਨਾਲ ਲਾੜੇ ਨੂੰ ਲੈ ਕੇ ਆਓ, ਤੇ ਜਿਹੜਾ ਬਰਾਤ ਦਾ ਜਾਂ ਲਾੜੇ ਦਾ ਸਵਾਗਤ ਕਰਨਾ ਉਹ ਕਰ ਲੋ। ਸਭ ਗਿਰਨਾਥ ਬਰਾਤ ਬਿਡੇਰੀ, ਬਾਕੀ ਸਾਰੀ ਬਰਾਤ 22 ਧਾਰ ਦੇ ਰਾਜਿਆਂ ਦੀ ਗਏ ਦੂਸਰੇ ਮਾਰਗ ਹੇਰੀ, ਉਹ ਦੂਸਰੇ ਰਸਤੇ ਚਲੇ ਗਏ ਨੇ। ਉਹ ਰਸਤਾ ਵੇਖ ਵੇਖ ਕੇ ਪੁੱਛ ਪੁਛਾ ਕੇ ਪਹਾੜਾਂ ਦੀਆਂ ਉੱਚੀਆਂ ਉੱਚੀਆਂ ਚੜਾਈਆਂ ਦੇ ਖੱਡਾਂ ਵਿੱਚੋਂ ਲੰਘਦੇ ਹੋਏ ਦੇਰੀ ਨਾਲ ਆਉਣਗੇ। ਏਤਕ ਦਿਨ ਮਹਿ ਪਹੁੰਚੇ ਆਈ, ਉਹ ਵਿਆਹ ਤੋਂ 1-2 ਦਿਨ 2-4 ਦਿਨ ਬਾਅਦ ਪਹੁੰਚਣਗੇ, ਕੁਝ ਦਿਨ ਲੱਗਣਗੇ ਉਹਨਾਂ ਨੂੰ, ਐਨੀ ਛੇਤੀ ਉਹ ਵਿਆਹ ਦੇ ਟਾਈਮ ਤੇ ਨਹੀਂ ਪਹੁੰਚ ਸਕਣਗੇ। ਤਬ ਕੀਜ ਹੈ ਜੈਸੇ ਮਨ ਪਾਈ, ਫਿਰ ਜਿੰਨੀ ਸੇਵਾ ਕਰਨੀ ਹੈ ਤੁਸੀਂ ਬਰਾਤ ਦੀ ਕਰ ਲਿਆ ਜੇ, ਇੱਕ ਵਾਰੀ ਤੁਸੀਂ ਲਾਵਾਂ ਫੇਰਿਆਂ ਦੀ ਮਰਜ਼ਾਦਾ ਪੂਰੀ ਕਰ ਲਵੋ। ਫਤਿਹ ਸ਼ਾਹ ਸੁਣ ਦਹਲਿਓ ਐਸੇ, ਇਹ ਸੁਣ ਕੇ ਰਾਜਾ ਫਤਿਹ ਸ਼ਾਹ ਦਾ ਤਾਂ ਦਿਲ ਦਹਿਲ ਗਿਆ। ਜਦੋਂ ਕਿਸੇ ਰਾਜੇ ਨੇ, ਕਿਸੇ ਵੀ ਬੰਦੇ ਨੇ ਆਪਣੀ ਬੱਚੀ ਦਾ ਵਿਆਹ ਰੱਖਿਆ ਹੋਵੇ ਤੇ ਬਰਾਤ ਨਾ ਆਵੇ, ਬੜੀ ਵੱਡੀ ਸਮੱਸਿਆ ਹੁੰਦੀ ਹੈ। ਤੇ ਰਾਜਾ ਫਤਿਹ ਸ਼ਾਹ ਦਾ ਤਾਂ ਦਿਲ ਦਹਿਲ ਗਿਆ, ਉਹਦਾ ਤਾਂ ਰੰਗ ਉੱਡ ਗਿਆ। ਸੁਖ ਤੇ ਥਰਿਓ ਚੋਟ ਲਗ ਜੈਸੇ, ਜਿਵੇਂ ਕਿਸੇ ਨੂੰ ਸੁੱਖ ਨਾਲ ਬੈਠੇ ਨੂੰ ਚੋਟ ਲੱਗ ਜਾ, ਕੋਈ ਆਰਾਮ ਨਾਲ ਬੈਠਾ ਤੇ ਉਹਨੂੰ ਇੱਕਦਮ ਕੋਈ ਚਪੇੜ ਮਾਰ ਦੇਵੇ, ਜਾਂ ਕੋਈ ਡਾਂਗ ਫੋਟਾ ਮਾਰ ਦੇਵੇ, ਜਾਂ ਕੋਈ ਸ਼ਸਤਰ ਮਾਰ ਦੇਵੇ, ਜਾਂ ਕੋਈ ਚੀਜ਼ ਉੱਪਰੋਂ ਡਿੱਗ ਕੇ ਲੱਗ ਜਾਵੇ, ਤੇ ਉਹ ਇੱਕਦਮ ਹੈਰਾਨ ਹੱਕਾ ਬੱਕਾ ਜਿਹਾ ਰਹਿ ਜਾਂਦਾ ਵੀ ਇਹ ਕੀ ਬਣ ਗਿਆ। ਏਦਾਂ ਰਾਜਾ ਫਤਿਹ ਸ਼ਾਹ ਦਾ ਹਾਲ ਹੋ ਗਿਆ। ਬਿਗਨ ਵਿਆਹ ਮਹਿ ਜਾਣਿਓ ਹੋਵਾ, ਇੱਕਦਮ ਸਾਰੀਆਂ ਖੁਸ਼ੀਆਂ ਵਿੱਚੇ ਰਹਿ ਗਈਆਂ, ਬੜਾ ਵੱਡਾ ਵਿਘਨ ਵਿਆਹ ਵਿੱਚ ਪੈ ਗਿਆ ਹੈ। ਆਪਣੇ ਸਚਵਨ ਕੀ ਦਿਸ਼ ਜੋਵਾ, ਰਾਜੇ ਫਤਿਹ ਸ਼ਾਹ ਨੇ ਵਜ਼ੀਰ ਦੇਵੀ ਦਾਸ ਦੀ ਸਾਰੀ ਗੱਲ ਸੁਣ ਕੇ ਆਪਣੇ ਮੰਤਰੀਆਂ ਵੱਲ ਵੇਖਿਆ, ਆਪਣੇ ਸਲਾਹਕਾਰਾਂ ਵੱਲ ਤੱਕਿਆ
ਕਹਿਓ ਜਾਹੋ ਸਭ ਦੁਲਹੋ ਪਾਸ। ਆਪਣੇ ਮੰਤਰੀਆਂ ਨੂੰ ਕਹਿਣ ਲੱਗਾ ਵੀ ਜਾਓ ਉੱਠੋ, ਤੁਸੀਂ ਲਾੜੇ ਦੇ ਕੋਲ ਜਾਓ, ਲਾੜੇ ਦਾ ਸਤਿਕਾਰ ਮਾਣ ਕਰੋ ਅਨ ਹੋ ਕਰ ਸਨਮਾਨ ਆਵਾਸ। ਤੇ ਉਸ ਅਜਮੇਰ ਚੰਦ ਨੂੰ ਸਨਮਾਨ ਦੇ ਨਾਲ ਲੈ ਕੇ ਆਓ ਤੇ ਉਹਨੂੰ ਆਰਾਮ ਵਾਸਤੇ ਜਿੱਥੇ ਜੰਝ ਘਰ ਦੇ ਵਿੱਚ ਨਿਵਾਸ ਕਰਾਣਾ ਹੈ ਉੱਥੇ ਉਹਦਾ ਡੇਰਾ ਕਰਾਓ। ਤਿਆਰੀ ਅਪਰ ਸਗਲ ਠਹਿਰਾਵੋ। ਬਾਕੀ ਸਾਰੀ ਜਿਹੜੀ ਤਿਆਰੀ ਹੈ ਲਾਵਾਂ ਫੇਰਿਆਂ ਦੀ ਉਹ ਵੀ ਕਰਾਓ। ਜਬ ਨੇ ਪਾਵਹਿ ਤਬਹਿ ਸਜਾਵੋ। ਤੇ ਜਦੋਂ ਰਾਜਾ ਭੀਮ ਚੰਦ ਆਵੇਗਾ ਉਦੋਂ ਫਿਰ ਖਾਣ ਪੀਣ ਦਾ ਜਿਹੜਾ ਸਾਰਾ ਪ੍ਰੋਗਰਾਮ ਹੈ, ਸਾਰੇ ਫੰਕਸ਼ਨ ਬਾਅਦ ਵਿੱਚ ਕਰਾਂਗੇ। ਸੁਣ ਕੇ ਸਭ ਹਿਨ ਮਨ ਮੁਰਝਾਇਓ। ਫਤਿਹ ਸ਼ਾਹ ਦੀ ਗੱਲ ਸੁਣ ਕੇ ਉਹਦਾ ਸਾਰਾ ਮੰਤਰੀ ਮੰਡਲ ਮੁਰਝਾ ਗਿਆ, ਸਾਰੇ ਸੋਚਾਂ 'ਚ ਪੈ ਗਏ। ਅੰਤ ਹੈ ਪੁਰ ਆਦਿਕ ਬਿਸਮਾਇਓ। ਰਾਜੇ ਫਤਿਹ ਸ਼ਾਹ ਦੀਆਂ ਰਾਣੀਆਂ ਵੀ ਹੈਰਾਨ ਰਹਿ ਗਈਆਂ, ਉਹਦੇ ਆਏ ਹੋਏ ਮੇਲ ਤੇ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ ਵੀ ਇਹ ਕੀ ਭਾਣਾ ਵਰਤ ਗਿਆ ਹੈ। ਵਿਆਹ ਦਾ ਸਮਾਂ ਖੁਸ਼ੀਆਂ ਨਾਲ ਆਇਆ ਸੀ ਤੇ ਇਹ ਰੰਗ ਵਿੱਚ ਭੰਗ ਪੈ ਗਈ ਹੈ। ਦੂਰਨ ਗਮਨੇ ਦੁਲਹੋ ਆਨਿਓ। ਕਹਿੰਦੇ ਫੇਰ ਮੰਤਰੀ ਜਿਹੜੇ ਸਨ ਫਤਿਹ ਸ਼ਾਹ ਦੇ ਪ੍ਰਧਾਨ ਬੰਦੇ, ਮੁਖੀ ਬੰਦੇ, ਉਹ ਗਏ ਤੇ ਲਾੜੇ ਅਜਮੇਰ ਚੰਦ ਨੂੰ ਲੈ ਕੇ ਆਏ ਸਨਮਾਨ ਦੇ ਨਾਲ। ਸੁੰਦਰ ਸਦਨ ਵਾਸ ਕੋ ਠਾਨਿਓ। ਔਰ ਬੜੇ ਸੋਹਣੇ ਮਕਾਨਾਂ ਵਿੱਚ ਅਜਮੇਰ ਚੰਦ ਦਾ ਨਿਵਾਸ ਕਰਾਇਆ ਗਿਆ। ਪਾਨ ਗ੍ਰਹਿਣ ਕੋ ਸਮੈ ਵਿਚਾਰਾ। ਜਦੋਂ ਹੁਣ ਲਾਵਾਂ ਦਾ ਸਮਾਂ ਹੋਇਆ, ਜਦੋਂ ਫੇਰੇ ਹੋਣੇ ਸਨ, ਉਸ ਵੇਲੇ ਵੇਦੀ ਤੇ ਲਿਆ ਕੇ ਨਰਿਪ ਸੁਤ ਫੇਰੇ ਫਿਰ ਤਿਸ ਬਾਰਾ। ਫਤਿਹ ਸ਼ਾਹ ਦੀ ਬੇਟੀ ਤੇ ਭੀਮ ਚੰਦ ਦਾ ਬੇਟਾ ਅਜਮੇਰ ਚੰਦ, ਇਹਨਾਂ ਦੇ ਫੇਰੇ ਕਰਾ ਦਿੱਤੇ ਟਾਈਮ ਨਾਲ। ਫਤਿਹ ਸ਼ਾਹ ਕੁਲ ਰੀਤ ਗਰਾਈ। ਰਾਜੇ ਫਤਿਹ ਸ਼ਾਹ ਨੇ ਕੁਲ ਰੀਤ ਜਿਹੜੀ ਸੀ, ਜੋ ਉਹਨਾਂ ਦੇ ਪਰਿਵਾਰ ਦੀ ਰੀਤ, ਇੱਕ ਲੋਕਕ ਰੀਤ ਹੁੰਦੀ ਹੈ, ਇੱਕ ਵੈਦਿਕ ਰੀਤ ਹੁੰਦੀ ਹੈ। ਸਾਧ ਸੰਗਤ, ਵੈਦਿਕ ਹੁੰਦੀ ਹੈ ਜੋ ਧਰਮ ਦੇ ਗ੍ਰੰਥਾਂ 'ਚ ਵਿਧਾਨ ਕੀਤੀ ਗਈ ਹੈ, ਤੇ ਕੁਲ ਰੀਤ ਹੁੰਦੀ ਹੈ ਜਿਹੜੀ ਘਰਾਂ ਦੇ ਵਿੱਚ ਵੱਖਰੇ ਵੱਖਰੇ ਪਰਿਵਾਰਾਂ ਦੀਆਂ, ਵੱਖਰੀ ਵੱਖਰੀ ਜਾਤੀਆਂ ਦੇ, ਵੱਖਰੇ ਗੋਤਾਂ ਦੇ ਆਪਣੇ ਆਪਣੇ ਤਰੀਕੇ ਵੀ ਹੁੰਦੇ ਆ, ਉਹ ਦੂਜਿਆਂ ਨਾਲੋਂ ਉਹਨਾਂ ਨੂੰ ਵੱਖਰਾ ਕਰਦੇ ਆ। ਕੁਝ ਚੀਜ਼ਾਂ ਹੁੰਦੀਆਂ ਜੇ ਸਧਾਰਨ ਧਰਮ ਹੁੰਦਾ, ਇੱਕ ਅਸਾਧਾਰਨ ਧਰਮ ਹੁੰਦਾ। ਸਧਾਰਨ ਧਰਮ ਹੁੰਦਾ ਸਾਂਝਾ ਹੀ, ਜਿਵੇਂ ਸਾਰੀ ਦੁਨੀਆ ਦਾ ਇੱਕ ਸਾਂਝਾ ਧਰਮ ਹੈ ਵੀ ਮੂੰਹ ਨਾਲ ਰੋਟੀ ਖਾਂਦੇ ਤੇ ਪੈਰਾਂ ਨਾਲ ਤੁਰਦੇ ਆ, ਇਹ ਸਧਾਰਨ ਧਰਮ ਹੈ। ਇੱਕ ਹੁੰਦਾ ਅਸਾਧਾਰਨ, ਵੱਖਰਾ, ਉਹ ਆਪਣੇ ਪਰਸਨਲ ਪਰਿਵਾਰ ਦਾ ਹੁੰਦਾ। ਜਿਵੇਂ ਸਧਾਰਨ ਤੌਰ ਤੇ ਕਈ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਦੂਜੀਆਂ ਕੌਮਾਂ ਨਾਲ ਵੀ ਰਲਦੀਆਂ, ਹਿੰਦੂਆਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ। ਉਹ ਸਾਂਝੇ ਤੌਰ ਤੇ ਦੋ ਪੈਰਾਂ ਨਾਲ ਤੁਰਦੇ ਆ, ਦੋ ਅੱਖਾਂ ਨਾਲ ਦੇਖਦੇ ਆ, ਦੋ ਕੰਨਾਂ ਨਾਲ ਸੁਣਦੇ ਆ, ਮੂੰਹ ਨਾਲ ਰੋਟੀ ਖਾਂਦੇ ਆ, ਸਾਹ ਲੈਂਦੇ ਆ। ਇਹ ਤਾਂ ਸਾਰਿਆਂ ਦਾ ਸਾਂਝਾ ਹੀ ਹੈ ਨਾ, ਇਹ ਸਧਾਰਨ ਧਰਮ ਹੈ। ਇੱਕ ਅਸਾਧਾਰਨ ਧਰਮ ਹੈ ਵੀ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਕੇਸ ਰੱਖਦੇ ਹਾਂ, ਸ਼ਸਤਰ ਪਹਿਨਦੇ ਹਾਂ, ਬਾਣੀ ਪੜ੍ਹਦੇ ਹਾਂ, ਸਾਡੀ ਰੀਤੀ ਰਿਵਾਜ ਹੋਰ ਹੈ, ਦੂਜਿਆਂ ਦੀ ਹੋਰ ਹੈ, ਤੀਜਿਆਂ ਦੀ ਹੋਰ ਹੈ, ਉਹ ਅਸਾਧਾਰਨ ਹੁੰਦੀ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜੋ ਉਹਨਾਂ ਦੇ ਪਰਿਵਾਰਾਂ ਦੀਆਂ ਰੀਤਾਂ ਸੀ ਉਹਨਾਂ ਨੇ ਕੀਤੀਆਂ ਹਨ। ਜਥਾ ਬ੍ਰਦਨ ਅਰ ਵਿਪਰ ਬਤਾਈ। ਜੋ ਬਜ਼ੁਰਗਾਂ ਨੇ ਦੱਸੀ ਉਹ ਕੁਲ ਰੀਤ ਸੀ, ਜੋ ਪੰਡਤਾਂ ਨੇ ਦੱਸੀ ਉਹ ਵੈਦਿਕ ਰੀਤ ਸੀ। ਉਹਦੇ ਮੁਤਾਬਕ ਵੈਦਿਕ ਰੀਤ ਵੀ ਕੀਤੀ ਗਈ ਤੇ ਕੁਲ ਰੀਤੀ ਵੀ ਕੀਤੀ ਗਈ। ਲੈਣ ਦੇਣ ਚੇਤਕ ਵਿਦ ਚੀਨੋ। ਔਰ ਲੈਣ ਦੇਣ ਜਿੰਨੇ ਪ੍ਰਕਾਰ ਦਾ ਹੁੰਦਾ ਹੈ ਵਿਆਹ ਦੇ ਵਿੱਚ ਉਹ ਵੀ ਕੀਤਾ, ਸਗਨ ਵਿਹਾਰ ਵੀ ਕੀਤਾ। ਫਤਿਹ ਸ਼ਾਹ ਤੋ ਦਿਸ਼ ਕੋ ਕੀਨੋ। ਰਾਜਾ ਫਤਿਹ ਸ਼ਾਹ ਨੂੰ ਹੀ ਦੋਵੇਂ ਪਾਸੇ ਦਾ ਕੰਮ ਕਰਨਾ ਪਿਆ। ਉਹਨੂੰ ਆਪਣੀ ਲੜਕੀ ਦਾ ਵਿਆਹ ਵੀ ਕਰਨਾ ਪਿਆ ਤੇ ਆਪਣੇ ਜਵਾਈ ਦਾ ਵੀ ਕਰਨਾ ਪਿਆ। ਕਹਿਣ ਦਾ ਮਤਲਬ ਸੀ ਵੀ ਜਿਹੜੇ ਕੰਮ ਰਾਜੇ ਭੀਮ ਚੰਦ ਨੇ ਦੇਖਣੇ ਸੀਗੇ ਉਹ ਵੀ ਉਹਨੂੰ ਆਪ ਹੀ ਦੇਖਣੇ ਪਏ। ਹੁਣ ਆਪਣੇ ਘਰ ਰਾਖਤ ਭਇਓ। ਤੇ ਫਿਰ ਆਪਣੇ ਜਵਾਈ ਨੂੰ ਵੀ ਆਪਣੇ ਘਰ ਰੱਖਿਆ। ਗੁਰੂ ਕਰਮ ਕੋ ਚਿਤ ਬਨ ਕਿਓ। ਤੇ ਮਨ ਵਿੱਚ ਫਤਿਹ ਸ਼ਾਹ ਗੁਰੂ ਸਾਹਿਬ ਬਾਰੇ ਮਾੜਾ ਸੋਚਣ ਲੱਗ ਪਿਆ ਵੀ ਕੀ ਕੀਤਾ ਗੁਰੂ ਸਾਹਿਬ ਨੇ, ਸਾਡੀ ਬਰਾਤ ਰੋਕ ਲਈ ਹੈ। ਮੈਂ ਤਾਂ ਉਹਨਾਂ ਨੂੰ ਵਿਆਹ 'ਚ ਸੱਦਾ ਦਿੱਤਾ ਸੀ ਤੇ ਉਹ ਇੱਥੇ ਵੀ ਨਹੀਂ ਆਏ ਤੇ ਆਪ ਬਲਕਿ ਉਲਟਾ ਸਾਡੀ ਬਰਾਤ ਹੀ ਰੋਕ ਦਿੱਤੀ ਹੈ। ਸਮਧੀ ਸਹਿਤ ਬਰਾਤ ਗਰੇਸ਼ਾ। 22 ਧਾਰ ਦੇ ਰਾਜਿਆਂ ਦੀ ਭੀਮ ਚੰਦ ਦੀ ਬਰਾਤ ਕਰਤ ਪ੍ਰਤੀਖਣ ਰਹਿਤ ਹਮੇਸ਼ਾ। ਅਸੀਂ ਉਡੀਕ ਰਹੇ ਸਾਂ ਵੀ ਸੁੱਖਾਂ ਨਾਲ ਬਰਾਤ ਆਵੇਗੀ, ਵਾਜੇ ਗਾਜੇ ਵੱਜਣਗੇ, ਬੜਾ ਵੱਡਾ ਪ੍ਰੋਗਰਾਮ ਹੋਵੇਗਾ। ਪਰ ਸਾਡਾ ਤਾਂ ਸਾਰਾ ਪ੍ਰੋਗਰਾਮ ਧਰਿਆ ਧਰਾਇਆ ਹੀ ਰਹਿ ਗਿਆ। ਇਹ ਗੁਰੂ ਨੇ ਬੜਾ ਵੱਡਾ ਵਿਘਨ ਪਾ ਦਿੱਤਾ ਹੈ। ਨੰਦ ਚੰਦ ਗੁਰ ਪ੍ਰੋਹਤ ਦੋ। ਸਾਧ ਸੰਗਤ ਜੀ, ਇਹ ਜਿਹੜਾ
ਰਾਜਾ ਫਤਿਹ ਸ਼ਾਹ ਸੀ, ਇਸ ਤਰ੍ਹਾਂ ਸੋਚ ਰਿਹਾ ਸੀ। ਉਧਰੋਂ ਗੁਰੂ ਸਾਹਿਬ ਦਾ ਪ੍ਰੋਤ ਦਇਆ ਰਾਮ, ਪੰਡਤ ਦਇਆ ਰਾਮ ਅਤੇ ਦੀਵਾਨ ਆਨੰਦ ਚੰਦ, ਇਹ ਗੁਰੂ ਸਾਹਿਬ ਜੀ ਨੇ 500 ਸਿੱਖਾਂ ਦਾ ਜਥਾ ਦੇ ਕੇ ਪੌਂਟਾ ਸਾਹਿਬ ਤੋਂ 1.25 ਲੱਖ ਰੁਪਏ ਦਾ ਨਿਉਂਦਾ, ਜਿਹਨੂੰ ਤੰਬੋਲ ਕਹਿੰਦੇ ਆ, ਲੜਕੀ ਨੂੰ ਕੰਨਿਆ ਦਾਨ ਦੇਣ ਲਈ ਕਲਗੀਧਰ ਪਾਤਸ਼ਾਹ ਨੇ ਭੇਜਿਆ ਸੀ। ਬੜੇ ਬੜੇ ਕੀਮਤੀ ਕੱਪੜੇ, ਗਹਿਣੇ ਔਰ ਸੋਨੇ ਦੇ ਭਾਂਡੇ, ਚਾਂਦੀ ਦੇ ਥਾਲ, ਇਦਾਂ ਦੀਆਂ ਚੀਜ਼ਾਂ ਗੁਰੂ ਸਾਹਿਬ ਨੇ। ਗੁਰੂ ਨਾਨਕ ਦਾ ਘਰ ਵੱਡਾ ਹੈ ਤੇ ਵੱਡਿਆਂ ਦਾ ਦਾਨ ਵੀ ਵੱਡਾ ਹੁੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਆਪਣੀ ਬਾਣੀ ਚ ਇੱਕ ਜਗ੍ਹਾ ਤੇ ਦਸਮ ਗ੍ਰੰਥ ਸਾਹਿਬ ਚ ਲਿਖਦੇ ਨੇ, ਰੀਝ ਕੇ ਦਾਨ ਦਿਓ ਜਿਨ ਕੋ ਤਿਨ ਮੰਗਨ ਕੋ ਨਾ ਕਹੂੰ ਮਨ ਕੀਨੋ। ਕਹਿੰਦੇ ਗੁਰੂ ਜਿਸ ਨੂੰ ਰੀਝ ਕੇ ਦਾਨ ਦੇ ਦਿੰਦਾ, ਉਹਨੂੰ ਦੁਬਾਰਾ ਫਿਰ ਮੰਗਣ ਦੀ ਲੋੜ ਨਹੀਂ ਰਹਿੰਦੀ। ਸੋ ਇਸ ਤਰ੍ਹਾਂ ਗੁਰੂ ਕਲਗੀਧਰ ਖੁੱਲੇ ਹੱਥੀ ਦਾਨ ਕਰਿਆ ਕਰਦੇ ਸਨ। ਜੋ ਸਰਬੰਸ ਦਾਨੀ ਸਨ, ਉਹਨਾਂ ਵਾਸਤੇ ਸਾਧ ਸੰਗਤ ਜੀ ਇਹ ਦਾਨ ਤਾਂ ਕੋਈ ਗੱਲ ਹੀ ਨਹੀਂ। ਉਹਨਾਂ ਨੇ 1.25 ਲੱਖ ਰੁਪਏ ਦਾ ਤੰਬੋਲ ਦੀਵਾਨ ਆਨੰਦ ਚੰਦ ਜੀ ਨੂੰ ਤੇ ਪੰਡਤ ਦਇਆ ਰਾਮ ਜੀ ਨੂੰ ਦੇ ਕੇ ਫਤਿਹ ਸ਼ਾਹ ਦੀ ਬੇਟੀ ਦੇ ਵਿਆਹ 'ਚ ਭੇਜਿਆ ਸੀ। ਕਿਉਂਕਿ ਫਤਿਹ ਸ਼ਾਹ ਨੇ ਗੁਰੂ ਸਾਹਿਬ ਨੂੰ ਬੁਲਾਇਆ ਸੀ ਵੀ ਮਹਾਰਾਜ ਮੇਰੀ ਬੇਟੀ ਦੇ ਵਿਆਹ ਤੇ ਆ ਕੇ ਦਰਸ਼ਨ ਦਿਓ। ਸਤਿਗੁਰੂ ਕਹਿਣ ਲੱਗੇ ਅਸੀਂ ਨਹੀਂ ਆ ਸਕਾਂਗੇ, ਕਿਉਂਕਿ ਇੱਕ ਤਾਂ ਇਹ ਹੈ ਵੀ ਸਾਡੇ ਨਾਲ ਸੰਗਤਾਂ ਹੀ ਬੜੀਆਂ ਆ ਜਾਂਦੀਆਂ, ਫੌਜਾਂ ਹੀ ਬੜੀਆਂ ਆ ਜਾਂਦੀਆਂ, ਵੀ ਤੁਸੀਂ ਬਰਾਤ ਦੀ ਸੇਵਾ ਕਰੋਗੇ, ਆਪਣੇ ਰਿਸ਼ਤੇਦਾਰਾਂ ਦੀ ਸੇਵਾ ਕਰੋਗੇ ਕਿ ਸਾਡੀ ਸੰਗਤ ਨੂੰ ਸਾਂਭੋਗੇ। ਦੂਜਾ ਕਾਰਨ ਇਹ ਹੈ ਵੀ ਤੁਹਾਡੇ ਕੁਝ ਰਾਜਿਆਂ ਨਾਲ ਸਾਡਾ ਮਨ ਮੁਟਾਵ ਚੱਲ ਰਿਹਾ ਹੈ। ਇਸ਼ਾਰਾ ਤਾਂ ਇਹ ਸੀ ਵੀ ਭੀਮ ਚੰਦ ਜਿਹੜਾ ਕੁੜਮ ਤੇਰੇ ਘਰ ਵਿਆਹਣ ਆ ਰਿਹਾ, ਉਹਦੇ ਨਾਲ ਹੀ ਨਹੀਂ ਸਾਡੀ ਬਣਦੀ, ਉਹ ਸਾਨੂੰ ਵੇਖੇ ਅਸੀਂ ਉਹਨੂੰ ਵੇਖੀਏ। ਕੋਈ ਵਿਆਹ ਦੇ ਵਿੱਚ ਲੜਾਈ ਝਗੜਾ ਹੋ ਜਾਵੇ, ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਘਰ ਕੋਈ ਕਲੇਸ਼ ਪਵੇ। ਇਸ ਕਰਕੇ ਅਸੀਂ ਆਪਣੇ ਸੇਵਾਦਾਰ ਭੇਜਾਂਗੇ। ਗੁਰੂ ਸਾਹਿਬ ਜੀ ਨੇ ਦੀਵਾਨ ਆਨੰਦ ਚੰਦ ਔਰ ਪੰਡਤ ਦਇਆ ਰਾਮ ਜੀ ਨੂੰ ਭੇਜਿਆ ਸੀ 500 ਯੋਧੇ ਸਿੱਖਾਂ ਦੀ ਫੌਜ ਦੇ ਕੇ, ਤੇ ਨਾਲ ਗੁਰੂ ਸਾਹਿਬ ਨੇ 1.25 ਲੱਖ ਦਾ ਤੰਬੋਲ ਭੇਜਿਆ। ਹੁਣ ਆਨੰਦ ਚੰਦ ਗੁਰਪੁਰੋਹਿਤ ਦੋ, ਹਾਂਜੀ ਸੁਨਿਓ ਪ੍ਰਸੰਗ ਕਿਸੇ ਤੇ ਸੋ, ਕਹਿੰਦੇ ਉਹਨਾਂ ਨੂੰ ਵੀ ਕਿਤੋਂ ਖਬਰ ਮਿਲ ਗਈ ਵੀ ਇਹ ਕੰਮ ਵਿਗੜ ਚੁੱਕਾ ਹੈ। ਬਦਿਓ ਬਖੇਰਾ ਹਿਰਦੈ ਵਿਚਾਰਾ, ਪੰਡਤ ਦਇਆ ਰਾਮ ਜੀ ਤੇ ਦੀਵਾਨ ਆਨੰਦ ਚੰਦ ਨੇ ਆਪਣੇ ਮਨ 'ਚ ਵਿਚਾਰ ਕੀਤੀ, ਕਹਿੰਦੇ ਵੀ ਬਖੇੜਾ ਵੱਧ ਗਿਆ ਹੈ। ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੇ ਬਰਾਤ ਰੋਕ ਲਈ ਹੈ ਪੌਂਡੇ, ਬਰਾਤ ਨਹੀਂ ਲੰਘਣ ਦਿੱਤੀ ਇਹਨਾਂ ਦੀ। ਇੱਕ ਦਿਨ ਗਏ ਭੂਪ ਕੇ ਦਵਾਰਾ, ਉਹ ਸਾਰੀ ਗੱਲ ਨੂੰ ਵਿਚਾਰ ਕੇ ਪੰਡਤ ਦਇਆ ਰਾਮ ਜੀ ਔਰ ਦੀਵਾਨ ਆਨੰਦ ਚੰਦ ਜੀ ਦੋਵੇਂ ਗੁਰੂ ਕੇ ਸਿੱਖ ਰਾਜੇ ਫਤਿਹ ਸ਼ਾਹ ਦੇ ਕੋਲ ਗਏ ਹਨ। ਸਾਦਰ ਆਪਣੇ ਨਿਕਟ ਬਿਠਾਏ, ਰਾਜੇ ਨੇ ਫਤਿਹ ਸ਼ਾਹ ਨੇ ਦੋਵਾਂ ਨੂੰ ਬੜੇ ਸਤਿਕਾਰ ਨਾਲ ਆਪਣੇ ਕੋਲ ਬਿਠਾ ਲਿਆ। ਦਇਆ ਰਾਮ ਕਹਿ ਬਾਤ ਸੁਣਾਏ, ਤੇ ਪੰਡਤ ਦਇਆ ਰਾਮ ਜੀ ਕਹਿਣ ਲੱਗੇ ਰਾਜੇ ਨੂੰ, ਬਠਿਓ ਤੰਬੋਲ ਗੁਰੂ ਪ੍ਰਭ ਜੋਈ। ਹੇ ਰਾਜਾ ਫਤਿਹ ਸ਼ਾਹ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਕੰਨਿਆ ਦਾਨ ਵਜੋਂ 1.25 ਲੱਖ ਦਾ ਨਿਉਂਦਰਾ ਭੇਜਿਆ ਹੈ, ਰੀਝ ਹੈ ਆਪ ਅਮਹੋ ਤੇ ਸੋਈ। ਉਹ ਤੁਸੀਂ ਸਾਡੇ ਕੋਲੋਂ ਗ੍ਰਹਿਣ ਕਰ ਲਓ, ਉਹ ਤੁਸੀਂ ਹੁਣ ਲੈ ਲਵੋ। ਬਹੁ ਦਿਨ ਭਏ ਇਹਾ ਚਲ ਆਏ, ਕਿਉਂਕਿ ਸਾਨੂੰ ਇੱਥੇ ਆਇਆ ਬਹੁਤ ਦਿਨ ਹੋ ਗਏ ਨੇ ਤੇ ਸਾਨੂੰ ਹੁਣ ਵਾਪਸ ਜਾਣਾ ਪੈਣਾ ਹੈ। ਦੇ ਕਰ ਤੁਮਕੋ ਚਹਿਤ ਸਿਦਾਏ, ਅਸੀਂ ਨਿਉਂਦਰਾ ਦੇ ਕੇ ਤੇ ਜਾਣਾ ਚਾਹੁੰਦੇ ਆ, ਜਿੰਨੀ ਛੇਤੀ ਹੋਵੇ ਅਸੀਂ ਜਾਣਾ ਚਾਹੁੰਦੇ, ਕਿਉਂਕਿ ਪੰਡਤ ਦਇਆ ਰਾਮ ਜੀ ਨੂੰ ਪਤਾ ਲੱਗ ਗਿਆ ਸੀ ਵੀ ਜਿਨ੍ਹਾਂ ਦੀ ਗੁਰੂ ਨੇ ਫੌਜ ਰੋਕੀ ਹੈ, ਉਹ ਜਦੋਂ ਇੱਥੇ ਪਹੁੰਚਣਗੇ ਸਾਨੂੰ ਵੇਖਣਗੇ ਤੇ ਸਾਡੇ ਨਾਲ ਲੜਾਈ ਹੋਣੀ ਹੈ, ਸਾਨੂੰ ਮਾਰਨਗੇ। ਅਸੀਂ 500 ਆ, ਉਹ 5000 ਤੋਂ ਵੀ ਜ਼ਿਆਦਾ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਨੇ, ਇੱਥੇ ਘਿਰ ਜਾਵਾਂਗੇ ਅਸੀਂ। ਇਸ ਕਰਕੇ ਪੰਡਤ ਦਇਆ ਰਾਮ ਤੇ ਦੀਵਾਨ ਆਨੰਦ ਚੰਦ ਜੀ ਸੋਚਦੇ ਆ ਵੀ ਹੁਣ ਇੱਥੋਂ ਨਿਕਲ ਚੱਲੀਏ ਤੇ ਆਪਣਾ ਜਿਹੜਾ ਜ਼ਿੰਮੇਵਾਰੀ ਸੀ ਉਹ ਨਿਭਾ ਚੱਲੀਏ। ਅਧਿਕ ਬਸਨ ਨੀਕੋ ਨਾ ਬਰਾਨੇ, ਹਾਂ ਕਹਿੰਦੇ ਬਹੁਤਾ ਲੰਮਾ ਸਮਾਂ ਬਗਾਨੀ ਥਾਂ ਤੇ ਵਸਣਾ ਠੀਕ ਨਹੀਂ ਹੁੰਦਾ। ਨਿਜ ਨਿਜ ਥਲ ਬਸਬੋ ਸਭ ਠਾਨੇ, ਆਪਣੇ ਆਪਣੇ ਘਰ ਹੀ ਸੁੱਖ ਹੁੰਦਾ ਹੈ। ਅਸੀਂ ਆਪਣੇ ਘਰ ਜਾਈਏ, ਤੁਸੀਂ ਜਿਹੜਾ ਨਿਉਂਦਰਾ ਹੈ ਉਹ ਸਵੀਕਾਰ ਕਰ ਲਵੋ। ਦਇਆ ਰਾਮ ਕੀ ਸੁਣ ਇਮ ਬਾਣੀ, ਦਇਆ ਰਾਮ ਪੰਡਤ ਤੋਂ ਇਹ ਗੱਲ ਸੁਣ ਕੇ ਫਤਿਹ ਸ਼ਾਹ ਵਿੱਚ ਸਭਾ ਬਖਾਣੀ, ਰਾਜਾ ਫਤਿਹ ਸ਼ਾਹ ਆਪਣੀ ਸਭਾ 'ਚ ਬੋਲਿਆ, ਲੈਣ ਦੇਣ ਕਾਰਜ ਜਿਸ ਕਾਲਾ। ਕਹਿਣ ਲੱਗਾ ਅਜੇ ਤਾਂ ਜੀ ਨਿਉਂਦਰਾ ਲੈਣ ਨਹੀਂ ਅਸੀਂ ਲੱਗੇ, ਜਦੋਂ ਨਿਉਂਦਰਾ ਲੈਣ ਦਾ ਟਾਈਮ ਆਵੇਗਾ ਸਾਰਾ ਭਾਈਚਾਰਾ ਇਕੱਠਾ ਹੋ ਕੇ ਬੈਠਾਂਗੇ,
ਉਦੋਂ ਅਸੀਂ ਨਿਉਂਦਰਾ ਲਵਾਂਗੇ। ਸੋ ਤੋ ਨਹੀਂ ਕਯੋ ਦਰਹਾਲਾ। ਅਜੇ ਤੱਕ ਤਾਂ ਨਿਉਂਦਰਾ ਅਸੀਂ ਲਿਆ ਹੀ ਨਹੀਂ, ਅਸੀਂ ਲੈਣ ਦੇਣ ਦਾ ਅਜੇ ਕੋਈ ਕੰਮ ਕੀਤਾ ਹੀ ਨਹੀਂ। ਸਿਮਰਨ ਦਵੈਸ਼ ਪ੍ਰਥਮ ਗੁਰ ਕੀਨੇ। ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਜਾ ਭੀਮ ਚੰਦ ਦੇ ਨਾਲ ਪਿਛਲੀ ਦਵੈਸ ਚੇਤੇ ਕਰਕੇ ਇਸ ਮਗ ਨ੍ਰਿਪ ਹੈ ਆਵਨ ਦੀਨੇ। ਰਾਜੇ ਭੀਮ ਚੰਦ ਦੀ ਬਰਾਤ ਨੂੰ ਪੌਂਟੇ ਸਾਨੂੰ ਲੰਘਣ ਨਹੀਂ ਦਿੱਤਾ। ਬਰਾਤ ਨੇ ਆਉਣਾ ਸੀ, ਗੁਰੂ ਕਿਆਂ ਨੇ ਰੋਕ ਲਿਆ ਹੈ। ਜਾਤੇ ਕੇਤਕ ਦਿਵਸ ਪਿਛਾਰੀ। ਇਸ ਕਰਕੇ ਬਰਾਤ ਕੁਝ ਦਿਨ ਦੇਰੀ ਨਾਲ ਆਵੇਗੀ। ਲੈਣ ਦੇਣ ਹੋਏ ਹੈ ਵਿਦਸਾਰੀ। ਜਦੋਂ ਸਾਰਾ ਭਾਈਚਾਰਾ ਇਕੱਠਾ ਹੋ ਜਾਏਗਾ ਫਿਰ ਅਸੀਂ ਨਿਉਂਦਰਾ ਭਾਜੀ ਲਿਖਾਂਗੇ, ਕਿਉਂਕਿ ਇਹ ਤਾਂ ਆਪਣੇ ਘਰਾਂ ਵਿੱਚ ਵੀ ਰਿਵਾਜ ਹੁੰਦਾ ਸੀ ਵੀ ਜਦੋਂ ਵਿਆਹ ਹੁੰਦੇ ਸੀ ਤੇ ਨਿਉਂਦਰਾ ਲਿਖਿਆ ਜਾਂਦਾ ਸੀ ਵਹੀ ਦੇ ਉੱਤੇ। ਫਲਾਣੇ ਬੰਦੇ ਨੇ 21 ਰੁਪਏ ਪਾਏ, ਫਲਾਣੇ ਨੇ 31, ਇੰਨਾ ਹੀ ਹੁੰਦਾ ਸੀ ਪੁਰਾਣਾ। ਤੇ ਉਹ ਜਿੰਨੇ ਪਾਏ ਹੁੰਦੇ ਸੀ ਨਾ, ਉਹਦੇ ਨਾਲੋਂ ਵਿਆਹ ਦੇ ਅੱਗੇ ਫਿਰ ਥੋੜਾ ਵਾਧਾ ਕਰਕੇ ਦੇਣਾ ਪੈਂਦਾ ਸੀ। ਜਿਵੇਂ ਸਾਡੇ ਵਿਆਹ ਤੇ ਕੋਈ 100 ਪਾ ਗਿਆ ਤੇ ਅਸੀਂ 150 ਜਾਂ 200 ਪਾਵਾਂਗੇ। ਇਹ ਨਿਉਂਦਰਾ ਹੁੰਦਾ ਸੀ, ਲਿਖਿਆ ਜਾਂਦਾ ਸੀ। ਉਹ ਭਾਈਚਾਰੇ 'ਚ ਬਹਿ ਕੇ ਰਾਜੇ ਮਹਾਰਾਜੇ ਵੀ ਲਿਖਦੇ ਸੀ। ਤੋ ਅਸੀਂ ਬੈਠਾਂਗੇ ਜਦੋਂ ਸਾਰੇ, ਉਦੋਂ ਨਿਉਂਦਰਾ ਲਿਖਾਂਗੇ। ਦੋਹੇ ਦਿਸ਼ ਤੇ ਨ੍ਰਿਪ ਗਨ ਜਬ ਮਿਲੇ। ਜਦੋਂ ਦੋਹਾਂ ਪਾਸਿਆਂ ਦੇ ਰਾਜੇ, ਮੇਲੀ ਵੀ ਜਾਂਜੀ ਵੀ ਇਕੱਠੇ ਹੋਵਾਂਗੇ ਸਾਰੇ ਅਸੀਂ। ਕਰਹੁ ਦਿਖਾਵਨ ਦੇਵਨ ਭਲੇ। ਉਦੋਂ ਤੁਸੀਂ ਵੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲਿਆਂਦਾ ਹੋਇਆ ਨਿਉਂਦਾ ਦਿਖਾ ਕੇ ਲਿਖਵਾ ਦਿਆ ਜੇ, ਅਸੀਂ ਲੈ ਲਵਾਂਗੇ। ਹਮਰੀ ਆਰੇ ਗੁਰ ਕੀ ਵਡਿਆਈ। ਕਿਉਂਕਿ ਸਾਡੀ ਵੀ ਵਡਿਆਈ ਹੋਵੇਗੀ, ਇੱਜ਼ਤ ਬਣੇਗੀ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਇੰਨਾ ਨਿਉਂਦਰਾ ਭੇਜਿਆ ਹੈ। ਤੇ ਗੁਰੂ ਘਰ ਦੀ ਵੀ ਵਡਿਆਈ ਹੋਵੇਗੀ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਕੰਜੂਸੀ ਨਹੀਂ ਕੀਤੀ, 1.25 ਲੱਖ ਰੁਪਏ ਦਾ ਨਿਉਂਦਰਾ ਭੇਜਿਆ ਹੈ। ਸਭ ਕੇ ਹੇਰਤ ਵਧੇ ਸਵਾਈ। ਸਾਰੇ ਭਾਈਚਾਰੇ ਵਿੱਚ ਬਰਾਦਰੀ ਵਿੱਚ ਬਹਿ ਕੇ ਇੱਜ਼ਤ ਬਣੇਗੀ, ਵਡਿਆਈ ਹੋਵੇਗੀ, ਗੁਰੂ ਕਿਆਂ ਦੀ ਵੀ ਹੋਵੇਗੀ, ਸਾਡੀ ਵੀ ਹੋਵੇਗੀ। ਅਬ ਥੋੜੇ ਦਿਨ ਮਹਿ ਚੱਲ ਆਵੇ। ਹੁਣ ਥੋੜੇ ਦਿਨਾਂ ਦੇ ਵਿੱਚ ਹੀ ਬਸ ਬਰਾਤ ਆਉਣ ਵਾਲੀ ਹੈ। ਸੋ ਪੰਡਤ ਜੀ ਤੁਸੀਂ 2-4 ਦਿਨ ਹੋਰ ਰੁਕ ਜਾਓ। ਤੁਮ ਕੋ ਰੁਖਸ਼ਤ ਕਰਹਿ ਦਿਖਾਵੇ। ਅਸੀਂ ਤੁਹਾਨੂੰ ਬੜੇ ਸਨਮਾਨ ਨਾਲ ਵਿਦਾ ਕਰਾਂਗੇ। ਇਤਿਆਦਿਕ ਕਹਿ ਕਰ ਸਨਮਾਨੇ। ਇਸ ਤਰ੍ਹਾਂ ਰਾਜੇ ਫਤਿਹ ਸ਼ਾਹ ਨੇ ਬਹੁਤ ਸਨਮਾਨ ਦੇ ਨਾਲ ਬੇਨਤੀ ਕੀਤੀ ਪੰਡਤ ਦਇਆ ਰਾਮ ਜੀ ਨੂੰ ਔਰ ਗੁਰੂ ਘਰ ਦੇ ਦੀਵਾਨ ਆਨੰਦ ਚੰਦ ਜੀ ਨੂੰ। ਰੱਖੋ ਕੰਨੇ ਨਾਹਿਨ ਪਿਆਨੇ। ਕਹਿੰਦੇ ਕੋਲ ਹੀ ਰੱਖੋ, ਅਜੇ ਪਾਸ ਰੱਖੋ ਆਪਣੇ ਤੰਬੋਲ ਦਾ, ਤੇ ਜਾਓ ਨਾ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ 2-4 ਦਿਨ ਨੂੰ ਬਰਾਤ ਆਏਗੀ ਨਾ, ਫਿਰ ਅਸੀਂ ਤੁਹਾਡੇ ਕੋਲੋਂ ਸਗਨ ਦਾ ਜੋ ਵੀ ਤੁਸੀਂ ਲੈ ਕੇ ਆਏ ਉਹ ਤੰਬੋਲ ਨਿਉਂਦਰਾ ਲੈ ਲਵਾਂਗੇ। ਉੱਠ ਦੋਨ ਹੋ ਡੇਰੇ ਨਿਜ ਆਏ। ਸਾਧ ਸੰਗਤ ਜੀ, ਰਾਜੇ ਫਤਿਹ ਸ਼ਾਹ ਦੀ ਗੱਲ ਸੁਣ ਕੇ ਦੀਵਾਨ ਆਨੰਦ ਚੰਦ ਤੇ ਪੁਰੋਹਿਤ ਦਇਆ ਰਾਮ ਜੀ, ਜਿੱਥੇ ਗੁਰੂ ਕੀਆਂ ਫੌਜਾਂ ਨੇ ਬਾਗ ਵਿੱਚ ਡੇਰਾ ਲਾਇਆ ਹੋਇਆ ਸੀ, ਇਹ ਵੀ ਪਿੱਛੇ ਕਥਾ ਆ ਚੁੱਕੀ ਹੈ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਕੇ ਭੇਜਿਆ ਸੀ ਵੀ ਸਾਵਧਾਨ ਰਹਿਣਾ ਤੇ ਜੇ ਕੋਈ ਔਖਾ ਸਮਾਂ ਬਣੇ ਤੇ ਸਾਨੂੰ ਯਾਦ ਰੱਖਣਾ। ਜਦੋਂ ਉੱਥੇ ਗਏ ਸੀ ਨਾ 500 ਸਿੱਖ ਤੇ ਦੀਵਾਨ ਆਨੰਦ ਚੰਦ ਤੇ ਪੰਡਤ ਦਇਆ ਰਾਮ ਜੀ ਨੂੰ ਰਾਜੇ ਫਤਿਹ ਸ਼ਾਹ ਨੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਮਹਿਲ ਅਤੇ ਰਹਿਣ ਸਹਿਣ ਵਾਸਤੇ ਖੁੱਲੀ ਥਾਂ ਸ਼ਹਿਰ ਦੇ ਵਿੱਚ ਦਿੱਤੀ ਸੀ। ਪਰ ਦੀਵਾਨ ਆਨੰਦ ਚੰਦ ਕਹਿਣ ਲੱਗਾ, ਰਾਜਾ ਜੀ ਅਸੀਂ ਸ਼ਹਿਰ 'ਚ ਨਹੀਂ ਰਵਾਂਗੇ, ਕਿਉਂਕਿ ਸਾਡੇ ਕੋਲ ਜਿਹੜੀਆਂ ਗੁਰੂ ਦੀਆਂ ਫੌਜਾਂ ਨੇ ਇਹ ਬੜੀਆਂ ਬੇਪਰਵਾਹ ਨੇ, ਇਹ ਕਿਸੇ ਤੋਂ ਡਰਦੀਆਂ ਨਹੀਂ ਤੇ ਲੋਕਾਂ ਨਾਲ ਮਿੰਟ 'ਚ ਲੜ ਪੈਂਦੀਆਂ ਨੇ, ਆਪਸ 'ਚ ਵੀ ਲੜ ਪੈਂਦੇ। ਮੈਂ ਇੱਥੇ ਘੋੜਾ ਬੰਨਣਾ ਸੀ, ਤੂੰ ਕਿਵੇਂ ਬੰਨ ਦਿੱਤਾ? ਆਹ ਘੋੜਾ ਤੇ ਮੇਰਾ ਇੱਥੇ ਲੱਗਾ ਸੀ, ਤੂੰ ਕਿਵੇਂ ਲਾਤਾ? ਆਹ ਬਾਲਟੀ ਤੇ ਮੇਰੀ ਸੀ ਪਾਣੀ ਪਿਆਉਣ ਵਾਲੀ, ਤੂੰ ਕਿਵੇਂ ਚੁੱਕ ਲਈ? ਐਨੀ ਗੱਲ ਤੋਂ ਪਾਣੀ ਪਿਆਉਣ ਤੋਂ ਤਾਂ ਲੜ ਪੈਂਦੇ ਆ। ਤੇ ਜੇ ਕਿਸੇ ਸ਼ਹਿਰ ਵਾਲੇ ਨਾਲ ਡਾਂਗ ਸੋਟਾ ਹੋ ਗਿਆ, ਤੁਹਾਡੇ ਘਰ ਰੌਲਾ ਪੈ ਗਿਆ, ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਅਸੀਂ ਸਿੱਖਾਂ ਨੂੰ ਵਾੜੀਏ, ਅਸੀਂ ਬਾਹਰ ਹੀ ਕਿਤੇ ਡੇਰਾ ਕਰਾਂਗੇ। ਉਹ ਤਾਂ ਇੱਕ ਬਹਾਨਾ ਸੀ। ਉਹ ਬਹਾਨਾ ਇਹ ਸੀ ਵੀ ਜੇ ਸ਼ਹਿਰ 'ਚ ਰਵਾਂਗੇ, ਇੱਥੇ ਕੋਈ ਗੜਬੜ ਹੋ ਗਈ ਘੇਰੇ ਜਾਵਾਂਗੇ, ਅਸੀਂ ਬਾਹਰ ਕਿਤੇ ਖੁੱਲੀ ਥਾਂ ਤੇ ਰਹੀਏ, ਜੇ ਲੋੜ ਪਵੇ ਤੇ ਲੜਾਂਗੇ ਤਾਂ ਸਹੀ ਬਹਾਦਰੀ ਨਾਲ। ਤੋ ਇਸ ਕਰਕੇ ਬਾਹਰ ਇੱਕ ਬਾਗ ਸੀਗਾ ਪੌਂਟੇ ਸਾਹਿਬ ਵਾਲੇ ਰਸਤੇ ਨੂੰ, ਜਿਹੜਾ ਸ੍ਰੀਨਗਰ ਤੋਂ ਪੌਂਟੇ ਸਾਹਿਬ ਨੂੰ ਰਸਤਾ ਆਉਂਦਾ ਸੀ, ਉਸ ਬਾਗ ਵਿੱਚ ਛਾਉਣੀ ਪਾਈ ਹੋਈ ਸੀ। ਨਿਤ ਸੁਚੇਤ ਹੋਏ ਰਹਿਤ ਸਵਾਏ। ਤੇ ਉਹ ਗੁਰੂ ਸਾਹਿਬ ਨੇ ਕਹਿ ਕੇ ਘੱਲਿਆ ਸੀ ਵੀ ਸੁਚੇਤ ਰਹਿਣਾ, ਸਾਵਧਾਨ ਰਹਿਣਾ,
ਤੇ ਇਹ ਸਾਵਧਾਨ ਹੀ ਰਹਿੰਦੇ ਸੀ, ਸੁਚੇਤ ਹੀ ਰਹਿੰਦੇ ਸੀ। ਕਾਚੀ ਮਤ ਇਨ ਸਕਲ ਪਹਾਰੀ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਇਹਨਾਂ ਪਹਾੜੀਆਂ ਦੀ ਮਤ ਕੱਚੀ ਹੈ, ਇਹਨਾਂ ਦੇ ਅੰਦਰ ਵਿਸ਼ਵਾਸ, ਪ੍ਰੇਮ, ਸ਼ਰਧਾ, ਪਿਆਰ ਕੋਈ ਨਹੀਂ। ਇਹ ਮਿੰਟ 'ਚ ਹੀ ਬਿਲਟ ਜਾਂਦੇ ਆ, ਮਿੰਟ 'ਚ ਹੀ ਬਦਲ ਜਾਂਦੇ ਆ। ਇਸ ਕਰਕੇ ਕਿਸੇ ਦੇ ਭਰੋਸਾ ਨਾ ਰੱਖਿਆ ਜੇ। ਰੱਖ ਕੋ ਨਹਿ ਪਰੋਸ ਕੋ ਤਾਰੀ। ਮਹਾਰਾਜ ਨੇ ਕਿਹਾ ਸੀ ਪੰਡਤ ਦਇਆ ਰਾਮ ਨੂੰ, ਦੀਵਾਨ ਆਨੰਦ ਚੰਦ ਨੂੰ, ਵੀ ਇਹਨਾਂ ਪਹਾੜੀਆਂ ਦਾ ਭਰੋਸਾ ਨਾ ਕਰਿਆ ਜੇ। ਇਹ ਬਖੇਰਾ ਇਨਕੇ ਸੰਗਾ। ਇਹਨਾਂ ਨਾਲ ਸਾਡਾ ਬਖੇੜਾ ਹੈ, ਤੇ ਜਿਨ੍ਹਾਂ ਨਾਲ ਵਿਗੜੀ ਹੋਵੇ ਨਾ, ਉਹ ਕਦੀ ਵੀ ਦਾਲ ਆ ਜਾਂਦੇ ਆ, ਤੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਅਸ ਨਾ ਹੋਏ ਪਰ ਜੈ ਹੈ ਸੰਗਾ ਜੰਗਾ। ਇਹ ਨਾ ਹੋਵੇ ਕਿ ਇੱਥੇ ਜੰਗ ਪੈ ਜਾਵੇ, ਲੜਾਈ ਹੋ ਜਾਵੇ। ਸੋ ਸਾਧ ਸੰਗਤ ਜੀ, ਪੰਡਤ ਦਇਆ ਰਾਮ ਜੀ ਔਰ ਸਾਰੇ ਸਿੱਖਾਂ ਨੇ ਵਿਚਾਰ ਕੀਤੀ, ਉਹ ਫਿਰ ਕਿਸ ਤਰ੍ਹਾਂ ਇੱਥੋਂ ਚਾਲਾ ਪਾਣਗੇ, ਕਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਦੇ ਕੋਲ ਆਉਣਗੇ। ਇਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।